ਚਾਰ ਸਾਹਿਬਜ਼ਾਦੇ। ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਸਨ, ਜਿਨ੍ਹਾਂ ਦਾ ਨਾਮ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਇਹਨਾਂ ਨੂੰ ਸਿੱਖ ਕੌਮ, ਸਿੱਖ ਪੰਥ ਵੱਡੇ ਸਾਹਿਬਜ਼ਾਦੇ ਕਹਿ ਕੇ ਸਤਿਕਾਰਦਾ ਹੈ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ ਸਤਿਗੁਰੂ ਜੀ ਦੇ ਛੋਟੇ ਲਾਡਲੇ ਸਨ, ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦੇ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੀ। ਸਾਹਿਬਜ਼ਾਦਾ ਅਜੀਤ ਸਿੰਘ ਬਚਪਨ ਤੋਂ ਹੀ ਬੜੇ ਜ਼ਹੀਨ, ਗੁਰਬਾਣੀ ਨਾਲ ਸਰਸ਼ਾਰ ਅਤੇ ਫੁਰਤੀਲੇ ਸਨ। ਸਤਿਗੁਰੂ ਜੀ ਨੇ ਸਰਬ ਪੱਖਾਂ ਤੋਂ ਵਿਦਿਆ ਸੰਪੂਰਨ ਦੇਣ ਲਈ ਪ੍ਰਬੰਧ ਕੀਤਾ ਹੈ। ਛੋਟੀ ਉਮਰ ਵਿੱਚ ਹੀ ਘੋੜਸਵਾਰੀ, ਗੱਤਕੇਬਾਜ਼ੀ, ਨੇਜਾਬਾਜ਼ੀ ਤੇ ਬੰਦੂਕ ਚਲਾਉਣ ਵਿੱਚ ਅਤ ਦੀ ਮੁਹਾਰਤ ਹਾਸਲ ਕੀਤੀ। 23 ਮਈ 1699 ਨੂੰ 100 ਸਿੰਘਾਂ ਦੇ ਜਥੇ ਦੀ ਕਮਾਨ ਕਰਦੇ ਹੋਏ ਨੇੜਲੇ ਪਿੰਡ ਰੰਗੜਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ, ਕਿਉਂਕਿ ਇਹਨਾਂ ਇੱਕ ਵਾਰ ਆਨੰਦਪੁਰ ਸਾਹਿਬ ਵੱਲ ਆ ਰਹੀ ਪੋਠੋਹਾਰ ਦੀ ਸੰਗਤ ਨੂੰ ਲੁੱਟ ਲਿਆ ਸੀ। 15 ਮਾਰਚ 1700 ਨੂੰ ਬਜ਼ਰੂਬ ਪਿੰਡ ਦੇ ਗੁਰਾ ਤੇ ਰੰਗੜਾਂ ਤੇ ਹਮਲਾ ਕੀਤਾ, ਜਿਨ੍ਹਾਂ ਇੱਕ ਵਾਰ ਦੜਪਦੀ ਸੰਗਤ ਨੂੰ ਲੁੱਟ ਲਿਆ। 29 ਅਗਸਤ 1700 ਨੂੰ ਤਾਰਾਗੜ੍ਹ ਕਿਲੇ ਤੇ ਪਹਾੜੀ ਰਾਜਿਆਂ ਹਮਲਾ ਕੀਤਾ, ਤਾਂ ਇਸ ਸਮੇਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਬੜੀ ਬਹਾਦਰੀ ਨਾਲ ਇਹਨਾਂ ਪਹਾੜੀ ਰਾਜਿਆਂ ਦਾ ਹਮਲਾ ਪਛਾੜਿਆ। ਇਸੇ ਤਰ੍ਹਾਂ ਅਕਤੂਬਰ 1700 ਨੂੰ ਦੁਬਾਰਾ ਪਹਾੜੀ ਫੌਜਾਂ ਨੇ ਨਿਰਮੋਹਗੜ੍ਹ ਕਿਲੇ ਤੇ ਹਮਲਾ ਕੀਤਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਮੋਹਰੀ ਹੋ ਕੇ ਬੜੀ ਬਹਾਦਰੀ ਨਾਲ ਯੰਗ ਕੀਤਾ ਅਤੇ ਅਨੇਕਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇੱਕ ਵਾਰ ਬ੍ਰਾਹਮਣ ਤਵਾਰਕਾ ਦਾਸ ਦੀ ਪਤਨੀ ਨੂੰ ਬਸੀ ਕਲਾਂ ਦਾ ਹਾਕਮ ਚੁੱਕ ਕੇ ਲੈ ਗਿਆ। 7 ਮਾਰਚ 1703 ਨੂੰ ਭਾਈ ਉਦੇ ਸਿੰਘ ਜੀ ਦੇ ਨਾਲ 100 ਸਿੰਘਾਂ ਦੇ ਜਥੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਬਸੀ ਕਲਾਂ ਤੋਂ ਬ੍ਰਾਹਮਣ ਦੀ ਪਤਨੀ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਪ੍ਰਕਾਸ਼ 26 ਜਨਵਰੀ 1687 ਨੂੰ ਪੌਂਟਾ ਸਾਹਿਬ ਵਿਖੇ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਉਮਰ ਦਾ ਬਹੁਤਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰਿਆ। ਮਈ 1705 ਵਿੱਚ ਜਦੋਂ ਅਨੰਦਪੁਰ ਸਾਹਿਬ ਨੂੰ ਪਹਾੜੀ ਅਤੇ ਮੁਗਲ ਫੌਜਾਂ ਨੇ ਘੇਰਾ ਪਾਇਆ, ਤਾਂ ਉਦੋਂ ਵੀ ਆਪ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਨਾਲ ਉੱਥੇ ਹੀ ਸਨ। ਦੋਵੇਂ ਵੱਡੇ ਸਾਹਿਬਜ਼ਾਦੇ ਅਨੰਦਪੁਰ ਸਾਹਿਬ ਛੱਡਣ ਸਮੇਂ ਕਲਗੀਧਰ ਪਿਤਾ ਜੀ ਦੇ ਨਾਲ ਗਏ। ਜਦੋਂ ਚਮਕੌਰ ਦੀ ਗੜ੍ਹੀ ਵਿੱਚ 40 ਸਿੰਘਾਂ ਨੇ ਸਿੰਘ ਗਰਜ ਨਾਲ ਮੈਦਾਨੇ ਜੰਗ ਵਿੱਚ ਜਾ ਕੇ ਜੋ ਜੰਗੀ ਕਰਤੱਵ ਦਿਖਾਏ ਅਤੇ ਵੈਰੀਆਂ ਨੂੰ ਮਾਰ ਮੁਕਾਇਆ, ਤਾਂ ਸਾਰੇ ਦੁਸ਼ਮਣ ਖੁਦਾ ਖੁਦਾ ਅਲਾਪਣ ਲੱਗੇ। ਗੁਰੂ ਸੋਭਾ ਦਾ ਕਰਤਾ ਇਸ ਦਾ ਜ਼ਿਕਰ ਕਰਦਾ ਹੈ ਕਿ ਲੇਤ ਪਰੋਏ ਪਠਾਨ ਕੋ ਸਭ ਹਨ ਸਾਂਗ ਖਲਾਏ, ਦੇਖਤ ਹੀ ਸਭ ਕਰਤ ਹੈ ਅਰੇ ਖੁਦਾਏ ਖੁਦਾਏ, ਟੂਟ ਕੈ ਸਾਂਗ ਦੋਏ ਟੂਕ ਹੋਏ ਭੋਏ ਭਰੀ, ਰਾਹੀ ਤਰਵਾਰ ਦਲ ਬਹੁ ਮਾਰੇ, ਏਕ ਕੇ ਸੀਸ ਧਰ ਦੋਏ ਟੁਕਰੇ ਕਰੈ, ਦੋਏ ਕੇ ਸੀਸ ਧਰ ਕਰਤ ਚਾਰੇ, ਭਾਂਤ ਦਰਿਆਓ ਮੈਂ ਪਰੇ ਸਾਰੇ। ਸ਼ਹੀਦੀ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕੁੱਲ ਉਮਰ 18 ਸਾਲ 11 ਮਹੀਨੇ 19 ਦਿਨ ਦੀ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੂਸਰੇ ਸਾਹਿਬਜ਼ਾਦੇ, ਜਿਨ੍ਹਾਂ ਦਾ ਨਾਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਆਪ ਜੀ ਬੜੇ ਬੁੱਧੀਮਾਨ, ਗੁਰਬਾਣੀ ਦੇ ਗਿਆਤਾ, ਘੋੜਸਵਾਰ ਅਤੇ ਤੇਗਬਾਜ਼ੀ ਵਿੱਚ ਨਿਪੁੰਨ ਸਨ। ਜਦੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਤਿਆਗਿਆ, ਤਾਂ ਆਪ ਵੀ ਨਾਲ ਹੀ ਹਮਸਫਰ ਸਨ। ਚਮਕੌਰ ਦੀ ਜੰਗ ਸਮੇਂ ਗੜ੍ਹੀ ਵਿੱਚੋਂ ਨਿਕਲ ਕੇ ਜੈਕਾਰੇ ਛੱਡਦੇ ਸਨਮੁਖ ਹੋ ਕੇ ਆਮੋ ਸਾਹਮਣੇ ਲੜਾਈ ਲੜੀ, ਬਹੁਤ ਸਾਰੇ ਦੁਸ਼ਮਣ ਸਿਪਾਹੀਆਂ ਨੂੰ ਮਾਰਿਆ ਤੇ ਆਪ ਵੀ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਸੋਭਾ ਵਿੱਚ ਆਪ ਜੀ ਦੇ ਸ਼ਹੀਦੀ ਦੀ ਪ੍ਰਤਾਇਨ ਆਉਂਦਾ ਹੈ ਕਿ ਚਹੂ ਔਰ ਦਲ ਦੇਖ ਕੇ ਨਿਕਟ ਪਹੁੰਚੇ ਆਏ, ਤੇਵ ਨੇਜ਼ਾ ਕਰ ਮੈਂ ਲਿਓ, ਨਿਮਕ ਮਿਲਮ ਨਹੀਂ ਲਾਏ। ਇਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪਰੰਪਰਾ ਤੋਂ ਇੰਜ ਜਾਣੂ ਕਰਵਾਇਆ, ਜਿਸ ਦਾ ਜ਼ਿਕਰ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਆਉਂਦਾ ਹੈ ਕਿ हे ਸੁਤ ਤੁਮ ਹਮਕੋ ਹੋ ਪਿਆਰੇ, हे ਸੁਤ ਤੁਮ ਹਮਕੋ ਹੋ ਪਿਆਰੇ, ਤੁਰਕ ਨਾਸ ਹਿਤ ਤੁਮ ਤਨ ਧਾਰੇ, ਜੇ ਆਪਣੇ ਸਿਰ ਰਨਮੇ ਲਾਗੇ, ਤਾਂ ਕਰ ਨਾਸ਼ ਮਲੇਸ਼ ਸੁਭਾਗੇ, ਤੇ ਯਾ ਸਮ ਸਮਾ ਨ ਕੋਈ, ਤੁਮ ਦੋਹੋਂ ਸੰਘਰ ਪਲ ਜੋਈ। ਸਿਖਰ ਦੁਪਹਿਰੇ ਚਮਕੌਰ ਦੀ ਗੜ੍ਹੀ ਦੀ ਲੜਾਈ ਸ਼ੁਰੂ ਹੋਈ। ਇਹ ਲੜਾਈ ਸੂਰਜ ਅਲੋਪ ਹੋਣ ਤੱਕ ਜਾਰੀ ਰਹੀ।
ਇਸ ਜੰਗ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਜਫਰਨਾਮੇ ਵਿੱਚ ਵੀ ਕੀਤਾ ਹੈ ਕਿ ਚਿਰਾਗ ਜਹਾਂ ਚੂ ਸ਼ੁੱਧ ਬੁਰਕਾ ਪੇਸ਼, ਸ਼ਾਹੇ ਸਭ ਬਗਾਮ ਦਹਿਮਾ ਜਲਵਾ ਜੋਸ਼। ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇਸ ਲੜਾਈ ਦੀ ਤਫਸੀਲ ਵੀ ਮਿਲਦੀ ਹੈ ਕਿ ਜੁਝਾਰ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਜੀ ਮਹਿਲ ਦਸਵੇਂ ਕਾ ਸੰਮਤ 1762 ਪੋਖ ਮਾਸੇ ਸੁਦੀ ਤੀਕ ਵੀਰਵਾਰ ਦੇਹੋਂ ਮੁਕਾਮ ਚਮਕੌਰ ਪਰਗਣਾ ਰੋਪੜ ਤੁਰਕ ਫੌਜ ਗੈਲ ਸਾਮੇ ਮਾਤੇ ਜੂਝ ਕੇ ਸ਼ਹਾਦਤਾਂ ਪਾਏ ਗਿਆ, ਆਗੇ ਗੁਰੂ ਕੀ ਗਤ ਗੁਰੂ ਜਾਣੇ। ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਕਾ ਦਾ ਕਰਤਾ ਲਿਖਦਾ ਹੈ ਕਿ ਜੁਝਾਰ ਸਿੰਘ ਜੀ ਨਾਲ ਪੰਜੀ ਸਿੰਘ ਮੈਦਾਨੇ ਜੰਗ ਵਿੱਚ ਨਾਲ ਗਏ। ਜੁਝਾਰ ਸਿੰਘ ਜੀ ਪੰਜੀ ਸਿੰਘ ਨਾਲ ਲੈ ਆਏ, ਹੱਛੇ ਲੜੇ, ਤੁਰਕ ਰਾਜੇ ਮਾਰ ਹਟਾਏ। ਸ਼ਾਮ ਤੱਕ ਲੜਾਈ ਵਿੱਚੋਂ ਕੇਵਲ 5 ਸਿੰਘ ਹੀ ਬਚੇ। ਰਾਤ ਸਮੇਂ ਗੁਰੂ ਸਾਹਿਬ ਗੜੀ ਚੋਂ 3 ਸਿੰਘਾਂ ਨਾਲ ਨਿਕਲ ਗਏ ਪੰਥ ਖਾਲਸਾ ਦਾ ਹੁਕਮ ਮੰਨ ਕੇ। 2 ਸਿੰਘ 8 ਦਸੰਬਰ 1705 ਦੀ ਸਵੇਰ ਨੂੰ ਲੜਦੇ ਸ਼ਹੀਦੀ ਪਾ ਗਏ। ਅਹਿਕਾਮੇ ਆਲਮਗੀਰੀ ਦੇ ਸਫਾ 11 ਤੇ ਮਿਰਜ਼ਾ ਇਨਾਇਤ ਉਲਾ ਖਾਂ ਇਸਮੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਕੁੱਲ ਉਮਰ 14 ਸਾਲ 9 ਮਹੀਨੇ 7 ਦਿਨ ਦੀ ਸੀ। ਧੰਨ ਗੁਰਦੇਵ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਵਿੱਚੋਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਪ੍ਰਕਾਸ਼ 17 ਦਸੰਬਰ 1696 ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ। ਛੋਟੀ ਉਮਰ ਤੋਂ ਹੀ ਉਹਨਾਂ ਦਾ ਹਿਰਦਾ ਸਿੱਖੀ ਵਿੱਚ ਪਰਪੱਕ ਸੀ। ਜਦੋਂ ਗੁਰੂ ਸਾਹਿਬ ਨੇ 5-6 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਤਾਂ ਇਹ ਵੀ ਉਹਨਾਂ ਦੇ ਨਾਲ ਸਨ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਸ਼ੂਕ ਦੀ ਸਰਸਾ ਨਦੀ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਪਾਰ ਕੀਤੀ ਅਤੇ ਇਹ ਬਾਕੀ ਕਾਫਲੇ ਨਾਲੋਂ ਵਿਛੜ ਗਏ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਲਖਤੇ ਜ਼ਿਗਰ ਹਜ਼ੂਰ ਕੇ ਜਿਸ ਦਮ ਵਿਛੜ ਗਏ, ਪਾਉ ਬਹੀ ਵਫੂਹੇ ਮੁਹੱਬਤ ਸੇ ਗੜ ਗਏ, ਜ਼ੋਰਾਵਰ ਔ ਫਤਿਹ ਕਾ ਇਸ ਦਮ ਬਿਆਨ ਸੁਨੋ, ਪਹੁੰਚੇ ਵਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ। ਸਰਸਾ ਨਦੀ ਦੇ ਕੰਢੇ ਜੋ ਉਦੇ ਸਿੰਘ ਦੇ ਜਥੇ ਨੇ ਵੈਰੀਆਂ ਨਾਲ ਲੜਾਈ ਲੜੀ, ਉਸ ਦਾ ਜ਼ਿਕਰ ਗੁਰੂ ਸਾਹਿਬ ਨੇ ਆਪ ਕੀਤਾ ਹੈ। ਸ਼ਾਹੀ ਟਿੱਬੀ ਆਨ ਕੈ ਖੜੇ ਤਏ ਤਿਹ ਥਾਨ, ਰਾਜਾ ਅਰ ਤੁਰਕਾਨ ਸਭ ਨਿਕਟ ਪਹੁੰਚੇ ਆਨ, ਉਦੇ ਸਿੰਘ ਲਲਕਾਰ ਕੇ ਖੁਸ਼ੀ ਕਰੀ ਕਰਤਾਰ, ਸਫਲ ਜਨਮ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਖੇੜੀ ਜੋ ਮਰਿੰਡੇ ਦੇ ਨੇੜੇ ਸੀ ਲੈ ਗਿਆ। ਉਸ ਨੇ ਇਹਨਾਂ ਗੁਰੂ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ। ਸਵੇਰ ਹੁੰਦਿਆਂ ਹੀ ਗੰਗੂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਇਆ ਦੇ ਲਾਲਚ ਵਿੱਚ ਗ੍ਰਿਫਤਾਰ ਕਰਾ ਕੇ ਸੂਬੇਦਾਰ ਵਜ਼ੀਰ ਖਾਂ ਸਰਹੰਦ ਦੇ ਹਵਾਲੇ ਕਰ ਦਿੱਤਾ ਅਤੇ ਇਹਨਾਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦੀ ਬਣਾ ਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ, ਕੈਦ ਕੀਤਾ ਗਿਆ। ਨਵਾਬ ਵਜ਼ੀਰ ਖਾਂ ਪਾਸ ਪਕੜੇ ਗਏ, ਸਿਰੰਦੀ ਜਾਏ ਦਾਦੀ ਪੋਤਰੇ ਤਿੰਨੇ ਕੈਦ ਪਏ। ਇਹ ਪੁਰਾਤਨ ਹਵਾਲਿਆਂ ਵਿੱਚੋਂ ਆਉਂਦਾ ਹੈ। ਰਾਤ ਗੁਜਰੀ। ਦੂਜੇ ਦਿਨ ਸੂਬੇਦਾਰ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈ ਗਏ। ਜਦੋਂ ਸਾਹਿਬਜ਼ਾਦੇ ਕਚਹਿਰੀ ਵਿੱਚ ਪੇਸ਼ ਹੋਏ ਤਾਂ ਇਹਨਾਂ ਨੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਪਹਿਲਾਂ ਇਹਨਾਂ ਦੋਵੇਂ ਛੋਟੇ ਮਾਸੂਮ ਬੱਚਿਆਂ ਨੂੰ ਵਾਅਦੇ ਦੇ ਕੇ ਅਤੇ ਵਰਗਲਾ ਕੇ ਮੁਸਲਮਾਨ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਸਾਹਿਬਜ਼ਾਦਿਆਂ ਨੇ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਫਿਰ ਤਸੀਹੇ ਅਤੇ ਧਮਕੀਆਂ ਦੇਣ ਦੇ ਹੱਥ ਕੰਡੇ ਅਪਣਾਏ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਇਹਨਾਂ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਨ ਦੇ ਹੱਕ ਵਿੱਚ ਨਹੀਂ ਸੀ। ਉਸ ਨੇ ਸੂਬੇਦਾਰ ਵਜ਼ੀਰ ਖਾਂ ਨੂੰ ਇਸ ਕੁਕਰਮ ਤੋਂ ਵਰਜਣਾ ਕੀਤਾ। ਕਚਹਿਰੀ ਵਿੱਚ ਹੀ ਮੌਜੂਦ ਸੂਬੇਦਾਰ ਦੇ ਦੀਵਾਨ ਸੁੱਚਾ ਨੰਦ, ਜਿਸ ਨੂੰ ਕੌਮ ਝੂਠਾ ਨੰਦ ਆਖਦੀ ਹੈ, ਉਸ ਨੇ ਵਜ਼ੀਰ ਖਾਂ ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਉਕਸਾਉਣਾ ਸ਼ੁਰੂ ਕਰ ਦਿੱਤਾ। ਬੰਸਾਵਲੀ ਨਾਮੇ ਵਿੱਚ ਜ਼ਿਕਰ ਆਉਂਦਾ ਹੈ ਕਿ ਨਵਾਬ ਵਜ਼ੀਰ ਖਾਂ ਸੋ ਛੱਡਣੇ ਲਾਏ। ਜਦੋਂ ਮਲੇਰਕੋਟਲੇ ਦੇ ਨਵਾਬ ਨੇ ਵਜ਼ੀਰ ਖਾਂ ਨੂੰ ਆਖਿਆ ਕਿ ਜੇ ਬਦਲਾ ਲੈਣਾ ਤੇ ਇਹਨਾਂ ਦੇ ਪਿਤਾ ਤੋਂ ਲੈ, ਬੱਚਿਆਂ ਨੇ ਤੇਰਾ ਕੀ ਗਵਾਇਆ। ਉਸ ਵੇਲੇ ਵਜ਼ੀਰ ਖਾਂ ਦਾ ਮਨ ਇਹਨਾਂ ਨੂੰ ਛੱਡਣ ਲਈ ਤਿਆਰ ਹੋਣਾ ਸ਼ੁਰੂ ਹੋਇਆ। ਪਰ ਨਵਾਬ ਵਜ਼ੀਰ ਖਾਂ ਸੋ ਛੱਡਣੇ ਲਾਏ, ਸੁੱਚੇ ਪੁਰੀ ਨੇ ਚੁਗਲੀ ਕਰ ਦੋਨੋਂ ਮਰਵਾਏ। ਬੰਸਾਵਲੀ ਨਾਮੇ ਦਾ ਬਚਨ ਹੈ। ਸੂਬੇਦਾਰ ਵਜ਼ੀਰ ਖਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਨੀਹਾਂ ਵਿੱਚ ਜਿੰਦਾ ਚੜਾਉਣ ਦਾ ਆਦੇਸ਼ ਦਿੱਤਾ।
ਇਹ ਘਟਨਾ 12 ਦਸੰਬਰ 1705 ਦੀ ਹੈ। ਕੁਝ ਘੰਟਿਆਂ ਬਾਅਦ ਜਦੋਂ ਦੀਵਾਰ ਮੋਢਿਆਂ ਉੱਪਰ ਆਈ ਤਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਪ੍ਰਾਪਤ ਕਰਨ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਕੁੱਲ ਉਮਰ 9 ਸਾਲ 1 ਮਹੀਨਾ ਤੇ 5 ਦਿਨ ਦੀ ਸੀ। ਸਾਹਿਬਜ਼ਾਦਾ ਫਤਿਹ ਸਿੰਘ ਜੀ। ਸਾਹਿਬਜ਼ਾਦਾ ਫਤਿਹ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਲਾਡਲੇ ਸਨ। ਇਹਨਾਂ ਦਾ ਪ੍ਰਕਾਸ਼ ਵੀ 26 ਫਰਵਰੀ 1699 ਨੂੰ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ। ਮਾਤਾ ਜੀਤ ਕੌਰ ਜੀ ਦਾ ਅਕਾਲ ਚਲਾਣਾ 6 ਦਸੰਬਰ 1700 ਨੂੰ ਹੋਇਆ। ਉਸ ਸਮੇਂ ਬਾਬਾ ਫਤਿਹ ਸਿੰਘ ਜੀ ਦੀ ਆਰਜੂ ਕੇਵਲ 1 ਸਾਲ 10 ਮਹੀਨੇ ਸੀ। ਇਸ ਲਈ ਛੋਟੇ ਸਾਹਿਬਜ਼ਾਦਿਆਂ ਦੀ ਪਰਵਰਿਸ਼ ਦਾਦੀ ਮਾਂ ਮਾਤਾ ਗੁਜਰੀ ਜੀ ਨੇ ਬੜੀ ਪਿਆਰ ਨਾਲ ਪ੍ਰਵਾਨ ਚੜਾਈ। 5-6 ਦਸੰਬਰ 1705 ਨੂੰ ਮਾਤਾ ਗੁਜਰੀ ਜੀ ਅਤੇ ਵੱਡੇ ਵੀਰ ਜ਼ੋਰਾਵਰ ਸਿੰਘ ਜੀ ਵੀ ਕਿਲੇ ਚੋਂ ਬਾਹਰ ਇਕੱਠੇ ਨਿਕਲੇ। ਬਾਅਦ ਵਿੱਚ ਸਰਸਾ ਨਦੀ ਪਾਰ ਕਰਕੇ ਗੰਗੂ ਬ੍ਰਾਹਮਣ ਨੇ ਸਰਹੰਦ ਦੇ ਸੂਬੇਦਾਰ ਕੋਲ ਗ੍ਰਿਫਤਾਰ ਕਰਵਾ ਛੱਡੇ। ਮਾਤਾ ਗੁਜਰੀ ਜੀ ਤੋਂ ਵਿਦਾਇਗੀ ਲੈ ਕੇ ਜਦ ਛੋਟੇ ਦੋਨੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਕਚਹਿਰੀ ਵੱਲ ਜਾ ਰਹੇ ਸਨ ਤਾਂ ਕਵੀ ਅੱਲਾ ਯਾਰ ਖਾਂ ਜੋਗੀ ਨੇ ਉਸ ਸਮੇਂ ਦਾ ਬੜਾ ਕਰੁਣਾਮਈ ਦ੍ਰਿਸ਼ ਖਿੱਚਣਾ ਕੀਤਾ ਕਿ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ। ਦਾਦੀ ਜੀ ਆਖ ਰਹੇ ਨੇ कि पुत्रो जाने से पहले आओ गले से लगा तो लूं, केसों को कंघी करूं जरा दुल्हा तो लूं, प्यारे सरों पे नन्ही सी कलगी सजा तो लूं, मरने से पहले तुमको दुल्हा बनाता लूं। मासूम बच्चों ਨੂੰ बड़े लोभ लालच ਦਿੱਤੇ ਗਏ ਪਰ ਇਹਨਾਂ ਹਰ ਤਰ੍ਹਾਂ ਦੇ ਤਸੀਹੇ ਸਹਿ ਕੇ ਸ਼ਹਾਦਤ ਦਾ ਜਾਮਾ ਪ੍ਰਾਪਤ ਕੀਤਾ। ਸੰਸਾਰ ਦੀ ਤਵਾਰੀਖ ਵਿੱਚ ਅਨੋਖੀ ਅਤੇ ਬੇਮਿਸਾਲ ਇਹ ਸ਼ਹਾਦਤ ਆਪਣੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਪੜਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਮਨੋਭਾਵਾਂ ਧਰਮ ਦੀ ਵਿਚਾਰਧਾਰਾ ਉੱਪਰ ਚਟਾਨ ਵਾਂਗ ਖੜੇ ਹੋ ਕੇ ਪਹਿਰਾ ਦਿੱਤਾ ਅਤੇ ਜ਼ਾਲਮ ਹਾਕਮਾਂ ਦੇ ਮਨਸੂਬੇ ਚਕਨਾਚੂਰ ਕੀਤੇ। ਸੰਸਾਰ ਦੇ ਇਤਿਹਾਸ ਵਿੱਚ ਇੰਜ ਪਹਿਲੀ ਵਾਰ ਹੋਇਆ ਹੋਵੇਗਾ ਕਿ ਮਾਸੂਮ ਬੱਚਿਆਂ ਨੂੰ ਭਵਿੱਖ ਦੇ ਸੁੱਖ ਤਸੀਹੇ ਦੀਆਂ ਧਮਕੀਆਂ ਅਤੇ ਮੌਤ ਦੇ ਡਰ ਨੇ ਉਹਨਾਂ ਨੂੰ ਆਪਣੇ ਗੌਰਵਮਈ ਧਰਮ ਛੱਡਣ ਲਈ ਫੁਸਲਾ ਨਾ ਸਕਿਆ। ਇੰਜ ਮਾਸੂਮ ਬੱਚਿਆਂ ਨੇ ਆਪਣੇ ਧਰਮ ਦੀ ਸੁਤੰਤਰਤਾ ਲਈ, ਦੇਸ਼ ਦੀ ਆਜ਼ਾਦੀ ਲਈ ਦੱਬੀ ਕੁਚਲੀ ਹੋਈ ਜਨਤਾ ਦੀ ਬਿਹਤਰੀ ਵਾਸਤੇ ਕੁਰਬਾਨੀ ਦੇ ਕਰਕੇ ਮਿਸਾਲ ਕਾਇਮ ਕੀਤੀ। ਇਹ ਘਟਨਾ 12 ਦਸੰਬਰ 1705 ਦੀ ਹੈ। ਬੰਸਾਵਲੀ ਨਾਮੇ ਵਿੱਚ ਆਉਂਦਾ ਹੈ ਕਿ ਜ਼ੋਰਾਵਰ ਸਿੰਘ ਦੇ ਪ੍ਰਾਣ ਖੰਡੇ ਨਾਲ ਬੇਗ ਛੁੱਟ ਗਏ। ਅੱਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਦੇ ਵਹੇ। ਇਹਨਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਜ਼ਾਲਮਾਂ ਨੇ ਤਸੀਹੇ ਦਿੱਤੇ ਅਤੇ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਮੇਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਕੁੱਲ ਆਯੂ 6 ਸਾਲ 10 ਮਹੀਨੇ ਅਤੇ 14 ਦਿਨ ਦੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ ਕਿ ਕੀ ਹੋਇਆ, ਤੂੰ ਮੇਰੇ 4 ਬੱਚੇ ਮਾਰ ਦਿੱਤੇ, ਪਰ ਅਜੇ ਕੁੰਡਲੀਦਾਰ ਨਾਗ ਰੂਪੀ ਖਾਲਸਾ ਮੇਰਾ ਪੁੱਤਰ ਉਂਝ ਦਾ ਉਂਝ ਹੈ। ਜਿਹਾ ਸ਼ੁੱਧ ਕਿ ਚੂੰ ਬਚਗਾ ਕਸ਼ਟ ਚਾਰ ਕਿ ਬਾਕੀ ਬਮਾਦਸ਼ ਪੇਚੀਦ ਮਾਰ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾ ਸੋਧਿਆ ਅਤੇ ਠੰਡੇ ਬੁਰਜ ਵਿੱਚ ਚਾਦਰ ਲੈ ਕੇ ਲੇਟ ਗਏ ਤੇ ਸੱਚਖੰਡ ਪਿਆਨਾ ਕਰ ਗਏ। ਬਾਅਦ ਵਿੱਚ ਸਰਹੰਦ ਦੇ ਹੀ ਇੱਕ ਵਪਾਰੀ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਾਲਮਾਂ ਦੇ ਕੋਲੋਂ ਜ਼ਮੀਨ ਖਰੀਦੀ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਦੋਵੇਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਇਸ ਅਸਥਾਨ ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਸੰਸਾਰ ਵਿੱਚ ਹੋਈ ਇਸ ਅਨੋਖੀ ਘਟਨਾ ਨੂੰ ਅੱਲਾ ਯਾਰ ਖਾਂ ਜੋਗੀ ਬੱਚਿਆਂ ਦੀ ਸ਼ਹਾਦਤ ਨੂੰ ਸਿੱਖ ਸਲਤਨਤ ਦਾ ਨੀਂਹ ਪੱਥਰ ਕਰਾਰ ਦਿੰਦਾ ਹੋਇਆ ਲਿਖਦਾ ਹੈ ਕਿ ਹਮ ਜਾਨ ਦੇ ਕਰ ਔਰੋਂ ਕੀ ਜਾਨੇ ਬਚਾ ਚਲੇ, हम जान देकर औरों की जाने बचा चले, सिखी की नीम हम हो सरों पर उठा चले, गुरियाई का है कि शाहजहां मैं बना चले, सिंहों की सल्तनत का है पौधा लगा चले। गुरु गोबिंद सिंह साहब पातशाह इनकलाब दी साकार मूरत, ਸਮੁੱਚੇ ਸੰਸਾਰ ਦਾ ਨੂਰ ਤੇਜਸਵੀ ਹੁਸੀਨ ਆਤਮਾ, ਬੇਮਿਸਾਲ ਕਾਰਨਾਮਿਆਂ ਦਾ ਲਿਸ਼ਕਾਰਾ, ਨਿਡਰਤਾ ਅਤੇ ਚੜ੍ਹਦੀ ਕਲਾ ਦੇ ਜਲੌ ਤੇ ਰੂਪ ਸੰਸਾਰ ਦੇ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ, ਜਿਨ੍ਹਾਂ ਸਾਰਾ ਸਰਬੰਸ ਹੀ ਮਨੁੱਖੀ ਆਜ਼ਾਦੀ ਲਈ, ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ਼-ਪਾਸ਼ ਤਾਰ-ਤਾਰ ਕਰਨ ਲਈ ਦਲੇਰੀ ਭਰੇ ਸੰਗਰਾਮ ਹੀ ਨਹੀਂ ਲੜੇ, ਸਗੋਂ ਦ੍ਰਿੜ ਲੋਹ ਸੰਕਲਪ ਦਾ ਨਵਾਂ ਅਧਿਆਇ ਇਤਿਹਾਸ ਵਿੱਚ ਜੋੜਿਆ।
ਧੰਨ ਗੁਰੂ ਗੋਬਿੰਦ ਸਿੰਘ ਜੀ ਦ੍ਰਿੜਤਾ, ਸਵੈ ਵਿਸ਼ਵਾਸ, ਹੌਸਲੇ ਅਤੇ ਕੁਰਬਾਨੀ ਦੀ ਸਪਿਰਟ ਨੇ ਸਰਬ ਸਮਿਆਂ ਲਈ ਨਿਰਭਉ ਅਤੇ ਨਿਰਵੈਰ ਹੋ ਕੇ ਜੀਵਨ ਸੰਘਰਸ਼ ਵਿੱਚ ਜੂਝਣ ਦੀਆਂ ਪੈੜਾਂ ਸਤਿਗੁਰਾਂ ਨੇ ਉਲੀਕੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਜੋ ਕੌਤਕ, ਜੋ ਕਰਤੱਵ ਤੇ ਬਖਸ਼ਿਸ਼ਾਂ ਕਰਕੇ ਮੁਰਦਾ ਕੌਮ ਵਿੱਚ ਅਜਿਹੀ ਰੂਹ ਫੂਕੀ ਜੋ ਸੰਸਾਰ ਦੀ ਤਵਾਰੀਖ ਦਾ ਇੱਕ ਅਦਭੁਤ ਕ੍ਰਿਸ਼ਮਾ ਹੈ। ਕਲਗੀਧਰ ਪਾਤਸ਼ਾਹ ਜੀ ਦੀ ਜ਼ਿੰਦਗੀ ਵਿੱਚ ਅਜਿਹੇ ਸਮੇਂ ਵੀ ਆਏ ਜਦੋਂ ਸਾਹਿਬਾਂ ਨੂੰ ਭੁੱਖਾਂ ਕੱਟਣੀਆਂ ਪਈਆਂ, ਪੈਰਾਂ ਵਿੱਚ ਕੰਡੇ ਵੀ ਚੁਭਵਾਏ, ਧੁੱਪਾਂ ਵਿੱਚ ਸੜੇ, ਅਨੇਕਾਂ ਮੁਸੀਬਤਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਪਰ ਆਪਣੇ ਮਿਸ਼ਨ ਵਿੱਚ ਕਦਮ ਬਾ ਕਦਮ ਅੱਗੇ ਹੀ ਟੁਰਦੇ ਗਏ। ਅਜਿਹੇ ਮਰਦਾ ਗੰਬੜੇ ਲਈ ਹੀ ਕਿਸੇ अदीब ने लिखा है कि एक वो चलते हैं जमाने के साथ साथ, लेकिन मर्द वो हैं जो जमाने को बदल देते हैं। 1699 ईस्वी ਦੀ ਸ਼ੁਭ ਵਿਸਾਖੀ ਨੂੰ ਖਾਲਸਾ ਪੰਥ ਸਾਜਣ ਉਪਰੰਤ ਹਜ਼ਾਰਾਂ ਸਿੰਘਾਂ ਅੰਮ੍ਰਿਤ ਛਕਿਆ। ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਪਿੱਛੋਂ ਅੰਮ੍ਰਿਤ ਛਕਿਆ। ਇਵੇਂ ਚੂੰਕਾਰ ਅਜ਼ ਹਮਾ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਦੀ ਮਹਾਨ ਵਿਚਾਰਧਾਰਾ ਦੇ ਦਾਤੇ ਕਲਗੀਧਰ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਉਸ ਸਮੇਂ ਦੀ ਯੁੱਧ ਕਲਾ ਨਾਲ ਪੂਰੀ ਤਰ੍ਹਾਂ ਪ੍ਰਵੀਨ ਕੀਤਾ। ਹਰ ਰੋਜ਼ ਰਣਜੀਤ ਨਗਾਰਾ ਵੱਜਦਾ, ਫੌਜੀ ਸਿਖਲਾਈ ਚੜ੍ਹਦੀ ਕਲਾ ਵਿੱਚ ਕੌਮ ਨੂੰ ਦਿੱਤੀ ਜਾਂਦੀ। ਹੋਲੇ ਮਹੱਲੇ ਦਾ ਤਿਉਹਾਰ ਮਨਾਉਣਾ, ਆਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਕਿਲਿਆਂ ਦਾ ਬਣ ਜਾਣਾ, ਅਨੰਦਪੁਰ ਸਾਹਿਬ ਸ਼ਾਹੀ ਮਹੱਲਾਂ ਤੇ ਸੁੰਦਰ ਬਾਗਾਂ ਦੇ ਨਾਲੋਂ ਵੀ ਸੁੰਦਰ, ਅਦਭੁਤ, ਅਜੀਬ ਢੰਗ ਨਾਲ ਸਜ ਧਜ ਜਾਣਾ, ਗੁਰੂ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਸੱਚਾ ਪਾਤਸ਼ਾਹ ਸੱਦਿਆ ਜਾਣਾ, ਜਾਤ ਪਾਤ ਦੇ ਭੇਦ ਭਾਵ ਖਤਮ ਹੋ ਕੇ ਸਮੁੱਚੀ ਲੋਕਾਈ ਇੱਕ ਸੰਗਤ, ਇੱਕ ਪੰਗਤ ਦੀ ਸਾਂਝ ਵਿੱਚ ਪਰੋਈ ਜਾਣੀ, ਖਾਲਸੇ ਨੇ ਨਿਰਭੈ ਹੋ ਕੇ ਵਿਚਰਨਾ ਅਤੇ ਅਨੇਕਾਂ ਹੋਰ ਚੜ੍ਹਦੀ ਕਲਾ ਵਾਲੀਆਂ ਗੱਲਾਂ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤਾਂ ਦੀ ਅੱਖ ਵਿੱਚ ਰੜਕਣ ਲੱਗੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਜ਼ੋਰ ਜ਼ੁਲਮ ਦੇ ਵਿਰੁੱਧ ਲੜਨ ਲਈ ਤਿਆਰ ਬਰ ਤਿਆਰ ਕਰ ਦਿੱਤਾ। ਆਨੰਦਪੁਰ ਸਾਹਿਬ ਦੇ ਨੇੜੇ ਦੇ ਇਲਾਕੇ ਵਿੱਚੋਂ ਦੁਖੀਆਂ ਮਜਲੂਮਾਂ ਦੀਆਂ ਫਰਿਆਦਾਂ ਸਤਿਗੁਰੂ ਜੀ ਦੇ ਸੱਚੇ ਦਰਬਾਰ ਵਿੱਚ ਪੁੱਜਣੀਆਂ ਸ਼ੁਰੂ ਹੋਈਆਂ। ਸਤਿਗੁਰੂ ਜੀ ਨੇ ਆਪਣੇ ਸੰਤ ਖਾਲਸਾ ਜੀ ਪਾਸੋਂ ਇਹਨਾਂ ਜਾਬਰ ਅਹਿਲਕਾਰਾਂ ਨੂੰ ਸੋਧਣਾ ਆਰੰਭ ਕਰ ਦਿੱਤਾ। ਇਵੇਂ ਭਾਰਤ ਦੀ ਜ਼ੁਲਮੀ ਰਾਜ ਵਿੱਚ ਸੱਚੇ ਪਾਤਸ਼ਾਹ ਜੀ ਨੇ ਸੰਤ ਖਾਲਸੇ ਦੀ ਸੱਚੀ ਹਕੂਮਤ ਕਾਇਮ ਕਰ ਦਿੱਤੀ। ਬਜਰੂੜ ਅਤੇ ਨੋਹ ਗ੍ਰਾਮ ਪਿੰਡਾਂ ਦੇ ਜਰਵਾਣੇ ਰੰਗੜਾਂ ਨੂੰ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਆ ਰਹੀ ਸੰਗਤ ਨੂੰ ਲੁੱਟਿਆ, ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਖਾਲਸੇ ਨੇ ਸੋਧਾ ਲਾਇਆ। ਗੁਰੂ ਜੀ ਨੇ ਸੰਤ ਉਬਾਰਨ, ਦੁਸ਼ਟ ਸੰਘਾਰਨ ਅਤੇ ਧਰਮ ਚਲਾਵਣ ਦਾ ਕਾਰਜ ਪੂਰਨ ਰੂਪ ਵਿੱਚ ਜ਼ੋਰ ਸ਼ੋਰ ਨਾਲ ਸਿਰੇ ਚਾੜਿਆ। ਖਾਲਸਾ ਨਿਰਭੈ ਰੂਪ ਵਿੱਚ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਗਰੀਬ ਮਜਲੂਮ ਦੀ ਰੱਖਿਆ ਕਰਨ ਦੇ ਕਾਰਜ ਦੀ ਜ਼ਿੰਮੇਵਾਰੀ ਨੇਕੀ, ਇਮਾਨਦਾਰੀ ਅਤੇ ਸਦਾਚਾਰਕ ਜੀਵਨ ਨਾਲ ਬਤੀਤ ਕਰਕੇ ਨਿਭਾਉਣ ਲੱਗਾ। ਇੱਕ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਬ੍ਰਾਹਮਣ ਦੇਵਦਾਸ ਨੇ ਗੁਰਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ੋਈ ਕੀਤੀ ਕਿ ਸਤਿਗੁਰੂ ਜੀ, ਮੈਂ ਆਪਣੀ ਨਵ-ਵਿਆਹੀ ਪਤਨੀ ਸਮੇਤ ਆ ਰਿਹਾ ਸਾਂ ਕਿ ਬਸੀ ਦੇ ਪਠਾਨ ਜਾਬਰ ਖਾਂ ਨੇ ਮੇਰੀ ਪਤਨੀ ਮੱਲੋ ਮੱਲੀ ਖੋਹ ਲਈ ਅਤੇ ਮੈਨੂੰ ਬਹੁਤ ਕੁੱਟਿਆ ਮਾਰਿਆ। ਕਿਰਪਾ ਕਰਕੇ ਮੇਰੀ ਨਿਮਾਣੇ ਨਿਤਾਣੇ ਦੀ ਮਦਦ ਕਰੋ। ਸਤਿਗੁਰੂ ਜੀ ਨੇ ਬ੍ਰਾਹਮਣ ਦੀ ਬਿਨੋਂ ਸੁਣਨ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਨ ਹੇਠ 100 ਸਿੰਘਾਂ ਦਾ ਜਥਾ ਭੇਜਿਆ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੰਘ ਮੰਜ਼ਲੋ ਮੰਜ਼ਲੀ ਬਸੀ ਪੁੱਜੇ। ਫੁਰਤੀ ਨਾਲ ਪਠਾਨ ਦੀ ਹਵੇਲੀ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਲੜਾਈ ਤੋਂ ਬਾਅਦ ਸਿੰਘਾਂ ਨੇ ਝਟਪਟ ਲੁਕੇ ਹੋਏ ਜਾਬਰ ਖਾਂ ਨੂੰ ਪਕੜ ਲਿਆ। ਬ੍ਰਾਹਮਣ ਨੂੰ ਸਿੰਘ ਨਾਲ ਹੀ ਲੈ ਕੇ ਗਏ ਹੋਏ ਸਨ। ਉਸ ਨੇ ਤੁਰੰਤ ਦੋਸ਼ੀ ਜਾਬਰ ਖਾਂ ਨੂੰ ਪਛਾਣ ਲਿਆ। ਸਿੱਖਾਂ ਨੇ ਬ੍ਰਾਹਮਣੀ ਨੂੰ ਹਵੇਲੀ ਵਿੱਚੋਂ ਲੱਭ ਕੇ ਲਿਆਂਦਾ ਤੇ ਉਸ ਬ੍ਰਾਹਮਣ ਦੇ ਹਵਾਲੇ ਕੀਤਾ। ਉਹ ਬ੍ਰਾਹਮਣ ਆਪਣੀ ਬ੍ਰਾਹਮਣੀ ਨੂੰ ਨਾਲ ਲੈ ਕੇ ਸਿੰਘਾਂ ਦੇ ਜਥੇ ਨਾਲ ਆਨੰਦਪੁਰ ਸਾਹਿਬ ਆ ਗਿਆ। ਜਾਬਰ ਖਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਬੰਨ੍ਹ ਕੇ ਘੋੜੇ ਤੇ ਬਿਠਾ ਲਿਆ ਤੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਪੇਸ਼ ਕੀਤਾ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜਾਬਰ ਖਾਂ ਨੂੰ ਸਖਤ ਸਜ਼ਾ ਦਿੱਤੀ ਗਈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬਹਾਦਰੀ ਤੇ ਸਤਿਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਪਹਾੜੀ ਰਾਜੇ ਗੁਰਦੇਵ ਜੀ ਦੀ ਵੱਧਦੀ ਹੋਈ ਇਸ ਤਾਕਤ ਨੂੰ ਨਾ ਸਹਾਰ ਸਕੇ। ਉਹਨਾਂ ਨੇ ਦਿੱਲੀ ਜਾ ਕੇ ਸ਼ਿਕਾਇਤ ਕੀਤੀ। ਦਿੱਲੀੋਂ ਪੈਂਦੇ ਖਾਂ ਦੀਨਾ ਬੇਗ ਦੀ ਅਗਵਾਈ ਹੇਠ 10,000 ਫੌਜ ਨੇ ਪਹਾੜੀ ਰਾਜਿਆਂ ਦੀ ਫੌਜ ਸਮੇਤ ਆਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ। ਇਵੇਂ 30,000 ਫੌਜ ਨੇ ਆਨੰਦਪੁਰ ਨੂੰ ਘੇਰ ਲਿਆ। ਖਾਲਸਾ ਫੌਜ ਦੀ ਅਗਵਾਈ ਪੰਜ ਪਿਆਰੇ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ ਜੀ ਕਰ ਰਹੇ ਸਨ। ਪਹਿਲੇ ਦਿਨ ਦੀ ਲੜਾਈ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਮੁਗਲ ਸੈਨਾ ਦੇ ਕਮਾਂਡਰ ਜਗਤੁੱਲਾ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੇਸਰੀ ਚੰਦ ਵੱਲੋਂ ਲੋਹਗੜ੍ਹ ਦੇ ਦਰਵਾਜ਼ੇ ਨੂੰ ਤੋੜਨ ਵਾਸਤੇ ਮਸਤ ਹਾਥੀ ਭੇਜਿਆ। ਤਦ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰ ਕੇ ਉਸ ਦੀ ਸੁੰਡ ਵੱਢ ਦਿੱਤੀ ਤੇ ਭਜਾ ਦਿੱਤਾ। ਦੁਸ਼ਮਣ ਦੀਆਂ ਫੌਜਾਂ ਵੱਲੋਂ ਛਲ, ਕਪਟ, ਫਰੇਬ ਦੀਆਂ ਕਈ ਕੁਟਲ ਚਾਲਾਂ ਵਰਤੀਆਂ
ਅਤੇ ਔਰੰਗਜ਼ੇਬ ਨੇ ਲਿਖਤੀ ਪੱਤਰ ਦੇ ਰੂਪ ਵਿੱਚ ਕੁਰਾਨ ਦੀ ਕਸਮ ਖਾਧੀ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਕਿ ਗੁਰੂ ਸਾਹਿਬ ਜੇਕਰ ਅਨੰਦਪੁਰ ਸਾਹਿਬ ਛੱਡ ਦੇਣ ਤਾਂ ਉਹਨਾਂ ਨੂੰ ਸ਼ਾਹੀ ਫੌਜ ਕੁਝ ਵੀ ਨਹੀਂ ਕਹੇਗੀ। ਉਹਨਾਂ ਦੀ ਚਿਰਾਂ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੇ ਹੋਈ ਅਸਫਲਤਾ ਕਾਰਨ ਹੋਈ ਬੇਇੱਜ਼ਤੀ ਕਿ ਉਹ ਲੱਖਾਂ ਦੀ ਤਾਦਾਦ ਵਿੱਚ ਹੁੰਦੇ ਹੋਏ ਵੀ ਗੁਰੂ ਸਾਹਿਬ ਦੇ ਅਤੇ ਮੁੱਠੀ ਭਰ ਸਿੰਘਾਂ ਤੇ ਫਤਿਹ ਨਹੀਂ ਪਾ ਸਕੇ ਅਤੇ ਪਰਜਾ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਸੋ ਉਹਨਾਂ ਨੇ ਹੁਣ ਇਹ ਛਲ ਕਪਟ ਨਾਲ ਭਰੇ ਹੋਏ ਹੱਥਕੰਡੇ ਵਰਤਣੇ ਸ਼ੁਰੂ ਕੀਤੇ ਕਿ ਸਤਿਗੁਰੂ ਜੀ ਜੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣ ਤਾਂ ਅਸੀਂ ਆਪਣੇ ਦੀਨ, ਇਮਾਨ ਅਤੇ ਧਰਮ ਦੀ ਸਹੁੰ ਖਾ ਕੇ ਇਹ ਵਾਅਦਾ ਕਰਦੇ ਹਾਂ ਕਿ ਗੁਰਦੇਵ ਪਾਤਸ਼ਾਹ ਅਤੇ ਸਿੰਘਾਂ ਨੂੰ ਕੁਝ ਵੀ ਮੁਗਲ ਫੌਜ ਨਹੀਂ ਕਹੇਗੀ। 5 ਅਤੇ 6 ਦਸੰਬਰ 1705 ਦੀ ਤਰੀਕ ਹੈ। ਅਨੰਦਪੁਰ ਸਾਹਿਬ ਨੂੰ 8 ਮਹੀਨਿਆਂ ਤੋਂ ਮੁਗਲਾਂ, ਪਹਾੜੀ ਰੰਗੜਾਂ ਤੇ ਗੁੱਜਰਾਂ ਨੇ ਘੇਰਿਆ ਹੋਇਆ ਹੈ। ਅਨੰਦਪੁਰ ਸਾਹਿਬ ਦੇ ਹਾਲਾਤ ਬੜੀ ਸ਼ਿੱਦਤ ਨਾਲ ਦਰਦਨਾਕ ਸਥਿਤੀ ਅਖਤਿਆਰ ਕਰ ਚੁੱਕੇ ਨੇ। ਕਿਲੇ ਫੌਜਾਂ ਨੇ ਬੰਦ ਕਰ ਦਿੱਤੇ ਨੇ। ਕਿਲੇ ਅੰਦਰ 460 ਦੇ ਕਰੀਬ ਸਿੰਘ ਸਿੰਘਣੀਆਂ ਤੇ ਮਾਸੂਮ ਬੱਚੇ ਹਨ। ਰੁੱਖਾਂ ਦੇ ਪੱਤਿਆਂ ਤੇ ਛਿਲੜਾਂ ਤੇ ਗੁਜ਼ਾਰਾ ਕਰਕੇ ਵੀ ਆਪਣਾ ਸਿਦਕ ਸਿੰਘਾਂ ਨੇ ਬਲਵਾਨ ਰੱਖਿਆ ਹੈ। ਤ੍ਰਿਪੁਰਾ ਤੋਂ ਤੋਹਫੇ ਵਜੋਂ ਮਿਲਿਆ ਪ੍ਰਸਾਦੀ ਹਾਥੀ ਵੀ ਭੁੱਖਮਰੀ ਨਾਲ ਮਰ ਚੁੱਕਾ ਹੈ। ਸਿੰਘਾਂ ਕੋਲ ਹੁਣ ਹੋਰ ਭੁੱਖ ਬਰਦਾਸ਼ਤ ਨਾ ਹੋਈ। ਸਿੰਘ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਨਿਕਲਣਾ ਚਾਹੁੰਦੇ ਸਨ। ਕੁਝ ਸਿੰਘਾਂ ਨੇ ਮਾਤਾ ਗੁਜਰੀ ਜੀ ਅੱਗੇ ਬੇਨਤੀ ਕੀਤੀ। ਕਲਗੀਧਰ ਪਿਤਾ ਨੇ ਪ੍ਰਮੁੱਖ ਸਿੱਖਾਂ ਨਾਲ ਵਿਚਾਰ ਕਰਕੇ ਅਨੰਦਪੁਰ ਸਾਹਿਬ ਨੂੰ ਆਖਰੀ ਪ੍ਰਣਾਮ ਕਰਨ ਦਾ ਫੈਸਲਾ ਸੁਣਾ ਦਿੱਤਾ। ਬੰਸਾਵਲੀ ਨਾਮੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸਾ ਕਹਿਆ, ਮਾਤਾ ਜੀ ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਏ ਗਿਆ, ਵੱਡੇ ਦੋਨੋਂ ਭਾਈ ਰਹਿਣ ਅਸਾਡੇ ਨਾਲ, ਤੁਸੀਂ ਪਹਿਲੋਂ ਟੁਰੋ ਪਾਓ ਚਾਲ। ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਵੱਲੋਂ ਆਈ ਚਿੱਠੀ ਪੜ੍ਹੀ। ਗੁਰੂ ਸਾਹਿਬ ਨੇ ਸਾਰਿਆਂ ਨੂੰ ਸਮਝਾ ਦਿੱਤਾ ਕਿ ਸਾਰੇ ਪੈਦਲ ਇਕੱਠੇ ਜਾਣਗੇ, ਰਸਤੇ ਵਿੱਚ ਰੁਕੇਗਾ ਕੋਈ ਨਹੀਂ। ਹਥਿਆਰਾਂ ਤੋਂ ਬਗੈਰ ਹੋਰ ਸਾਜੋ ਸਮਾਨ ਨਾਲ ਲਿਜਾਣ ਦੀ ਸਖਤ ਮਨਾਹੀ ਗੁਰਦੇਵ ਜੀ ਨੇ ਕਰ ਦਿੱਤੀ। ਨਾਲ ਕੇਵਲ ਤੇ ਕੇਵਲ ਸ਼ਾਸਤਰ ਹੀ ਖੜਨੇ ਹਨ। गुरु जी बादशाह औरंगजेब को दक्षिण देश में भेजी पत्रिका के जवाब की उड़ीक में सन। साल 1762 ओख मासे देहों 5 गए। दक्षिण देश से बादशाह का भेजा शाही प्रवान कुरान दी जल्द ते लिखा हुआ काजी लैके आनंदपुर में आए गया। गुरु जी ने उदय सिंह आदि मुखी सिंघा साथ विचार करके फैसला किया कि आज रात के समय किला आनंदगढ़ त्याग देना चाहिए। ये जिक्र गुरु की साखियां ਦੇ ਵਿੱਚ ਦਿੱਤਾ ਗਿਆ ਹੈ। ਪਹਾੜੀ ਅਤੇ ਮੁਗਲਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਚੁੱਕੀਆਂ ਕਿ ਬਾਹਰ ਜਾਣ ਸਮੇਂ ਗੁਰਦੇਵ ਜੀ ਨੂੰ ਕੋਈ ਰੁਕਾਵਟ ਨਹੀਂ ਪਾਉਣਗੇ। ਕਕਰਾਲੀ ਰਾਤ ਦਾ ਹਨੇਰਾ, ਸਿਆਲ ਦੀ ਰੁੱਤ, ਮੋਹਲੇ ਧਾਰ ਬਾਰਿਸ਼, ਇਹੋ ਜਿਹੇ ਵਾਤਾਵਰਣ ਵਿੱਚ ਦੁਸ਼ਮਣ ਫੌਜਾਂ ਦੇ ਘੇਰੇ ਵਿੱਚੋਂ ਬਾਹਰ ਨਿਕਲਣਾ ਢੁਕਵਾਂ ਸਮਾਂ ਸੀ। ਔਰੰਗਜ਼ੇਬ ਬਾਦਸ਼ਾਹ ਵੱਲੋਂ ਆਈ ਚਿੱਠੀ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਜਫਰਨਾਮੇ ਵਿੱਚ ਵੀ ਕੀਤਾ ਹੈ कि नविश्ता रसीदो ब गुफ्ता जबा बबायत के ईंकार महत रसां। इस चिट्ठी का जिक्र श्री गुरप्रताप सूरज ग्रंथ विच भी आउंदा है कि जो कागत कर मैं लिख लै लिखियो पुन औरंग को लिखियो मंगायो लियो संभाल लेव मैं पायो सबको कहो तैयार हो जावो निकसो वहर भले मस पावो। एक पासे दुश्मन फौजां दी घेराबंदी, बिखड़े अते भयानक रस्ते, जंगल अते मोहले धर बारिश, कराली काली घुप हनेरी रात ते शूंकदी सरसा नदी, दूजे पासे कलगियां वाले दी दृढ़ता, स्वै विश्वास, लोह संकल्प अते कुर्बानी नाल लट लट बलदे हौसलियां ने मुट्ठी भर सिंह ਸਿੰਘਣੀਆਂ ਅਤੇ ਮਾਸੂਮ ਬੱਚਿਆਂ ਵਿੱਚ ਚੜ੍ਹਦੀ ਕਲਾ ਦੀ ਰੂਹ ਫੂਕੀ। ਇਸ ਕਾਫਲੇ ਵਿੱਚ ਤਕਰੀਬਨ 460 ਸਿੰਘ, ਮਾਤਾ ਗੁਜਰੀ ਜੀ, 4 ਸਾਹਿਬਜ਼ਾਦੇ, ਬੀਬੀ ਭਿੱਖਾ ਤੇ ਸੁਭਿੱਖੀ ਸ਼ਾਮਲ ਸਨ। ਇਹਨਾਂ ਵਿੱਚੋਂ 40 ਸਿੰਘ ਅਜਿਹੇ ਸਨ ਜਿਨ੍ਹਾਂ ਗੁਰੂ ਸਾਹਿਬ ਦੇ ਅੰਗ ਸੰਗ ਰਹਿ ਕੇ ਜਾਨਾਂ ਵਾਰਨ ਦਾ ਹਲਫਨਾਮਾ ਲਿਆ ਸੀ। ਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਕਿਲਾ ਰਾਤ ਸਮੇਂ ਛੱਡ ਦਿੱਤਾ। ਅੱਲਾ यार खां जोगी लिखता है कि तारों की छांव किले से सतगुरु रवां हुए, कस के कमर सवार थे सारे जवां हुए, चारों पिसर हजूर के हमराह सवार थे, जोरावर और फतेह अजीत और जुजार थे। ये सारा काफिला कीरतपुर साहब तक चुपचाप तुरदा गया। ਕੀਰਤਪੁਰ ਤੋਂ ਬਿਲਾਸਪੁਰ ਜਾਣ ਵਾਲਾ ਮੋੜ ਲੰਘ ਕੇ ਸਰਸਾ ਨਦੀ ਵੱਲ ਜਾ ਰਿਹਾ ਸੀ ਕਿ ਪਹਾੜੀਏ ਇਸ ਕਾਫਲੇ ਨੂੰ ਦੇਖ ਕੇ ਫੌਜਾਂ ਨੂੰ ਜਾ ਸੂਹ ਦਿੱਤੀ। ਸਿੱਖਾਂ ਨੂੰ ਪਹਾੜੀ ਫੌਜਾਂ ਦੇ ਮਗਰ ਆਉਣ ਦੀ ਇਤਲਾ ਝੱਖੀਆ ਪਿੰਡ ਕੋਲ ਆ ਕੇ ਮਿਲੀ। ਇਹ ਖਬਰ ਮਿਲਦਿਆਂ ਹੀ ਗੁਰੂ ਸਾਹਿਬ ਨੇ ਜਾਂਬਾਜ਼ ਸਿੰਘਾਂ ਨੂੰ ਖਾਸ ਪੋਜੀਸ਼ਨਾਂ ਲੈਣ ਵਾਸਤੇ ਹਦਾਇਤ ਕੀਤੀ। ਭਾਈ ਉਦੇ ਸਿੰਘ ਨੂੰ 50 ਸਿੰਘਾਂ ਦਾ ਜਥਾ ਦੇ ਕੇ ਸ਼ਾਹੀ ਟਿੱਬੀ ਤੇ ਮੋਰਚਾ ਲਾਉਣ ਲਈ ਹੁਕਮ ਕੀਤਾ।
ਭਾਈ ਜੀਵਨ ਸਿੰਘ ਜੀ ਜੈਤਾ ਜੀ, ਉਹਨਾਂ ਨੂੰ 100 ਸਿੰਘਾਂ ਦਾ ਜਥਾ ਦੇ ਕੇ ਝੱਖਿਆਂ ਪਿੰਡ ਦੇ ਲਾਗੇ ਸਰਸਾ ਨਦੀ ਦੇ ਕਿਨਾਰੇ ਮੋਰਚਾ ਲਾਉਣ ਦੀ ਹਦਾਇਤ ਗੁਰਦੇਵ ਜੀ ਨੇ ਕੀਤੀ। 100 ਸਿੱਖਾਂ ਦਾ ਤੀਜਾ ਜਥਾ ਭਾਈ ਬਚਿੱਤਰ ਸਿੰਘ ਜੀ ਦੀ ਕਮਾਨ ਹੇਠ ਰੋਪੜ ਤੋਂ ਆ ਰਹੀ ਨਵਾਬ ਸਰਹਿੰਦ ਦੀ ਫੌਜ ਨੂੰ ਰੋਕਣ ਲਈ ਤਾਇਨਾਤ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਉਦੇ ਸਿੰਘ ਨੂੰ ਹਦਾਇਤ ਦਿੱਤੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਜਥੇ ਨੂੰ ਇਤਲਾਹ ਦੇਣੀ ਕਿ ਉਹ ਸਰਸਾ ਨਦੀ ਪਾਰ ਕਰਕੇ ਕੋਟਲਾ ਨਿਹੰਗ ਵਿੱਚ ਭਾਈ ਨਿਹੰਗ ਖਾਂ ਦੇ ਕਿਲੇ ਵਿੱਚ ਪਹੁੰਚ ਜਾਣ। ਇਸ ਸਮੇਂ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਰਸੋਈਆ ਆਪਣੇ ਪਿੰਡ ਖੇੜੀ ਲੈ ਗਿਆ। ਇਸ ਨਿਮਖ ਹਰਾਮ ਨੇ ਮਾਤਾ ਜੀ ਅਤੇ ਮਾਸੂਮ ਬੱਚਿਆਂ ਨੂੰ ਮਾਇਆ ਦੇ ਲਾਲਚ ਵਿੱਚ ਸਰਹੰਦ ਦੇ ਨਵਾਬ ਕੋਲ ਗ੍ਰਿਫਤਾਰ ਕਰਾ ਕੇ ਇਨਾਮ ਪ੍ਰਾਪਤ ਕੀਤਾ। ਇਸ ਗੰਗੂ ਦੀ ਵੰਸ਼ ਨੇ ਬਾਅਦ ਵਿੱਚ ਸਿੱਖਾਂ ਤੇ ਅਨੇਕਾਂ ਜ਼ੁਲਮ ਢਾਏ, ਜੋ ਵੱਖਰੇ ਵਿਸਥਾਰ ਦਾ ਮਥਾਜ ਹੈ। ਗੁਰੂ ਸਾਹਿਬ ਅਤੇ ਸਿੰਘਾਂ ਨੇ ਸਰਸਾ ਨਦੀ ਦੇ ਹੜਿਆਲੇ ਪਾਣੀਆਂ ਨੂੰ ਪਾਰ ਕੀਤਾ। ਕੁਝ ਸਿੰਘ ਰੁੜ ਵੀ ਗਏ। ਗੁਰੂ ਸਾਹਿਬ ਤੇ ਕੁਝ ਸਿੰਘ ਦਰਿਆ ਸਤਲੁਜ ਦੇ ਕਿਨਾਰੇ ਠਿੱਡੇ ਤੇ ਲੋਧੀ ਮਾਜਰਾ ਪਿੰਡਾਂ ਦੀ ਸਰਜ਼ਮੀਨ ਚੋਂ ਹੁੰਦੇ ਨਿਹੰਗ ਖਾਂ ਦੀ ਗੜੀ ਪੁੱਜੇ। ਦੂਜੇ ਪਾਸੇ ਬਚਿੱਤਰ ਸਿੰਘ ਅਤੇ ਉਸ ਦੇ ਜਥੇ ਨੇ ਰੋਪੜ ਨੂੰ ਜਾਂਦਿਆਂ ਮਲਕਪੁਰ ਤੇ ਰੰਗੜਾਂ ਤੇ ਰੋਪੜ ਤੇ ਪਠਾਣਾ ਨਾਲ ਗਹਿ ਕੱਚ ਲੜਾਈ ਲੜੀ। ਇਸ ਵਿੱਚ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਤੇ ਹੋਰ ਸਿੰਘਾਂ ਨੇ ਰਸਤੇ ਵਿੱਚ ਪਏ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਨਿਹੰਗ ਖਾਂ ਦੀ ਗੜੀ ਵਿੱਚ ਲਿਆਂਦਾ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸਿੰਘ ਉਡੀਕ ਕਰ ਰਹੇ ਸਨ। ਗੁਰੂ ਸਾਹਿਬ ਜੀ ਤੇ ਸਿੰਘ ਸਾਰਾ ਦਿਨ 6 ਦਸੰਬਰ 1705 ਨੂੰ ਨਿਹੰਗ ਖਾਂ ਦੀ ਗੜੀ ਵਿੱਚ ਠਹਿਰੇ। ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਇਲਾਜ ਲਈ ਉੱਥੇ ਛੱਡ ਕੇ ਸਾਰੇ ਸਿੰਘ ਤੇ ਗੁਰੂ ਸਾਹਿਬ ਰਾਤ ਸਮੇਂ ਲਖਮੀਪੁਰ ਵੱਲ ਨਿਕਲ ਤੁਰੇ। ਨਿਹੰਗ ਖਾਂ ਦੇ ਬੇਟੇ ਆਲਮ ਖਾਂ ਨੇ ਰਾਤ ਸਮੇਂ ਰਸਤਾ ਦੱਸਣ ਦੀ ਸੇਵਾ ਕੀਤੀ। ਤੁਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਨਿਹੰਗ ਖਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਇੱਕ ਕਟਾਰ ਤੇ ਢਾਲ ਬਖਸ਼ੀ। ਗੁਰੂ ਸਾਹਿਬ ਨੇ ਕੋਟਲਾ ਨਿਹੰਗ ਖਾਂ ਤੋਂ ਬੂਰ ਮਾਜਰਾ, ਮਾਚੀਵਾੜਾ ਆਦਿ ਦਿਸ਼ਾ ਵੱਲ ਜਾਣਾ ਸ਼ੁਰੂ ਕੀਤਾ। ਬੂਰ ਮਾਜਰਾ ਪਿੰਡ ਕੋਲ ਗੁਰੂ ਸਾਹਿਬ ਨੂੰ ਸੂਚਨਾ ਮਿਲੀ ਕਿ ਦੁਸ਼ਮਣ ਦੀਆਂ ਫੌਜਾਂ ਪਿੱਛਾ ਕਰ ਰਹੀਆਂ ਨੇ। ਸਤਿਗੁਰੂ ਜੀ ਨੇ ਉਸ ਸਮੇਂ ਚਮਕੌਰ ਵੱਲ ਮੁਖ ਕਰ ਲਿਆ। ਇੱਕ ਸੋਮੇ ਅਨੁਸਾਰ ਗੁਰੂ ਸਾਹਿਬ ਦੁੱਗਰੀ ਤੇ ਸ਼ਹਿਨਸ਼ਾਹ ਦੀ ਥੇ ਹੁੰਦੇ ਹੋਏ ਚਮਕੌਰ ਪਹੁੰਚੇ ਸਨ। ਦੁਸ਼ਮਣਾਂ ਦੀ ਫੌਜ ਬੜੀ ਰਫ਼ਤਾਰ ਨਾਲ ਪਿੱਛੇ ਆ ਰਹੀ ਸੀ ਅਤੇ ਚਮਕੌਰ ਸਾਹਿਬ ਨੂੰ ਸਾਰੀਆਂ ਦਿਸ਼ਾਵਾਂ ਵੱਲੋਂ ਘੇਰ ਲਿਆ ਗਿਆ। ਗੁਰੂ ਸਾਹਿਬ ਨੇ ਬੁੱਧੀ ਚੰਦ ਦੀ ਹਵੇਲੀ, ਜਿਸ ਨੂੰ ਚਮਕੌਰ ਦੀ ਗੜੀ ਆਖਿਆ ਜਾਂਦਾ ਹੈ, ਵਿੱਚ ਰਹਿ ਕੇ ਬੇਮਿਸਾਲ ਦਲੇਰੀ ਨਾਲ ਜਿਵੇਂ ਦੁਸ਼ਮਣਾਂ ਦਾ ਫੌਜਾਂ ਦਾ ਮੁਕਾਬਲਾ ਕੀਤਾ, ਉਹ ਸੰਸਾਰ ਦੀ ਜੰਗੀ ਤਵਾਰੀਖ ਦਾ ਇੱਕ ਅਹਿਮ ਸੁਨਹਿਰੀ ਵਰਕਾ ਹੈ। ਕਹਾਂ ਵੀਰ 40 ਸ਼ਦਾਵੰਤ ਭਾਰੇ, ਕਹਾਂ ਏਕ ਨੇ ਲਾਖ ਆਏ ਹਕਾਰੇ। ਇੱਥੇ ਇਹ ਬਾਤ ਗੌਰਤਲਬ ਹੈ ਕਿ ਅਨੰਦਪੁਰ ਸਾਹਿਬ ਦੇ 40 ਮੁਕਤਿਆਂ ਵਿੱਚੋਂ ਚਮਕੌਰ ਪੁੱਜਣ ਤੱਕ 37 ਸਿੰਘ ਰਹਿ ਗਏ ਸਨ। ਭਾਈ ਜੀਵਨ ਸਿੰਘ, ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਕੁਝ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਜਦੋਂ ਗੁਰੂ ਸਾਹਿਬ ਚਮਕੌਰ ਪੁੱਜੇ, ਉਸ ਸਮੇਂ ਹੋਰ ਸਿੰਘ ਵੀ ਨਾਲ ਸ਼ਾਮਲ ਹੋ ਚੁੱਕੇ ਸਨ, ਜਿਨ੍ਹਾਂ ਦੀ ਗਿਣਤੀ 47 ਹੋ ਚੁੱਕੀ ਸੀ। 37 ਅਨੰਦਪੁਰੀ ਮੁਕਤੇ, 8 ਨਵੇਂ ਸਿੰਘ ਤੇ 2 ਵੱਡੇ ਸਾਹਿਬਜ਼ਾਦੇ। ਇਸ ਲੜਾਈ ਦਾ ਬਚਿੱਤਰ ਨਾਟਕ ਵਿੱਚ ਵੀ ਜ਼ਿਕਰ ਆਉਂਦਾ ਹੈ। ਮਾਨੋ ਕਟਾ ਉਮੜੀ ਚਹੂੰ ਔਰ ਤੇ ਉਮੜ ਦਲ ਦੂਤ ਕੇ ਆਈ, ਘੇਰ ਲਿਏ ਚਮਕ ਉਰਾ ਸਭੇ ਸੋ ਰਹਿਓ, ਕਹੀ ਰਾਹ ਕੋ ਕਿਤ ਜਾਈ। ਚਾਰੇ ਦਿਸ਼ਾ ਢਲ ਆਨ ਪਰੇ, ਤਾਂ ਦੇਖਤ ਸਿੰਘ ਉਠੇ ਭਵਕਾਹੀ। ਸਾਹਿਬ ਸਿਉ ਤਬ ਲੇਤ ਖੁਸ਼ੀ, ਮਨ ਮੇ ਕਰ ਆਨੰਦ ਜੂਜਨ ਜਾਹੀ। ਚਮਕੌਰ ਦੀ ਗੜੀ ਵਿੱਚ ਮੁੱਠੀ ਭਰ ਸਿੰਘਾਂ ਨੇ ਅਤ ਬਹਾਦਰੀ ਨਾਲ ਜੰਗ ਲੜੀ, ਜਿਸ ਵਿੱਚ 37 ਸਿੰਘਾਂ ਸਮੇਤ 2 ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਚਮਕੌਰ ਦੇ ਸਾਕੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਥੋੜਾ ਵਿਸਥਾਰ ਵਿੱਚ ਇੱਥੇ ਆਪਾਂ ਵਾਚਦੇ ਹਾਂ। ਇਸੇ ਰਾਤ ਨੂੰ ਪਿੱਛੋਂ ਪਹਾੜੀ ਰਾਜਿਆਂ ਦੀ ਸੈਨਾ ਅਤੇ ਮੁਗਲ ਸੈਨਾ ਪੁੱਜੀ ਅਤੇ ਖਵਾਜਾ ਮਰਦੂਦ ਵੀ ਦਿੱਲੀੋਂ ਹੋਰ ਫੌਜੀ ਸਹਾਇਤਾ ਕੁਮਕ ਲੈ ਕੇ ਪਹੁੰਚ ਗਿਆ। ਰਾਤੋਂ ਰਾਤ 10 ਲੱਖ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾ ਲਿਆ। ਸਤਿਗੁਰੂ ਜੀ ਨੇ 8 ਸਿੰਘ ਇੱਕ ਬਾਹੀ ਤੇ ਥਾਪ ਦਿੱਤੇ। ਭਾਈ ਦਇਆ ਸਿੰਘ, ਭਾਈ ਸੰਗਤ ਸਿੰਘ ਅਤੇ ਸਾਹਿਬਜ਼ਾਦੇ ਅਤੇ ਸਤਿਗੁਰੂ ਜੀ ਆਪ ਉੱਪਰਲੀ ਅਟਾਰੀ ਤੇ ਪੁੱਜ ਗਏ। ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਗੜੀ ਦੇ ਦਰਵਾਜ਼ੇ ਤੇ ਪਹਿਰੇਦਾਰ ਥਾਪੇ ਗਏ। ਡਿਊਟੀਆਂ ਲਾਉਣ ਉਪਰੰਤ ਖਾਲਸੇ ਨਾਲ ਸਤਿਗੁਰੂ ਜੀ ਨੇ ਵਿਚਾਰਾਂ ਕੀਤੀਆਂ। ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਖਾਲਸਾ ਜੀ, ਜੇਕਰ 8 ਦਿਨ ਆਨੰਦਗੜ੍ਹ ਦੇ ਕਿਲੇ ਅੰਦਰ ਭੁੱਖ ਦਾ ਦੁੱਖ ਹੋਰ ਜਰ ਲੈਂਦੇ, ਤਦ ਅਕਾਲ ਪੁਰਖ ਜੀ ਦੇ ਭਾਣੇ ਅੰਦਰ ਹੋਰ ਖੇਡ ਵਾਪਰਦੀ, ਪਰ ਹਠ ਕਾਰਨ ਕਰਕੇ ਇਹ ਸਾਰਾ ਕੁਝ ਵਾਪਰਿਆ ਹੈ। ਪਰ ਖਾਲਸੇ ਨੂੰ ਹਰ ਸਮੇਂ ਜੰਗ ਯੁੱਧ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਸੋ ਇਸ ਗੜੀ ਦੇ ਅੰਦਰ ਆਪਾਂ ਸਭਨਾਂ ਨੂੰ ਅਤ ਹੀ ਰਣਮੈ ਤਬ ਜੂਝ ਮਰੋ ਅਨੁਸਾਰ ਡਟ ਕੇ ਮੁਕਾਬਲਾ ਕਰਨਾ ਪੈਣਾ ਹੈ।
ਸਭਨਾਂ ਨੇ ਆਪੋ ਆਪਣੇ ਤੀਰ ਕਮਾਨ, ਨੇਜੇ, ਭਾਲੇ, ਤਲਵਾਰਾਂ ਅਤੇ ਹੋਰ ਸ਼ਸਤਰ ਸੰਭਾਲ ਲਏ। ਇਹ ਰਾਤ ਚੁੱਪਚਾਪ ਲੰਘ ਗਈ। ਗੜ੍ਹੀ ਅੰਦਰ ਹੀ ਦੀਵਾਨ ਸਜਿਆ। ਆਸਾ ਜੀ ਦੀ ਵਾਰ ਦਾ ਪਾਠ ਕੀਤਾ ਗਿਆ, ਅਰਦਾਸਾ ਸੋਧਿਆ ਤੇ ਅਕਾਲ ਪੁਰਖ ਜੀ ਦਾ ਧੰਨਵਾਦ ਸਤਿਗੁਰੂ ਜੀ ਨੇ ਕੀਤਾ। ਦਿਨ ਚੜ੍ਹਦੇ ਸਾਰ ਟਿੱਡੀ ਦਲ ਵਾਂਗੂ ਮੁਗਲ ਸੈਨਾ ਨੇ ਗੜ੍ਹੀ ਨੂੰ ਹੋਰ ਨਜ਼ਦੀਕ ਤੋਂ ਘੇਰ ਲਿਆ। ਗੁਰੂ ਜੀ ਅਤੇ ਖਾਲਸੇ ਜੀ ਨੇ ਅਕਾਲ ਪੁਰਖ ਜੀ ਦੀ ਓਟ ਵਿੱਚ ਯੁੱਧ ਆਰੰਭ ਕਰ ਦਿੱਤਾ। ਸੰਸਾਰ ਦੇ ਇਤਿਹਾਸ ਵਿੱਚ ਇਹ ਇੱਕ ਅਨੋਖਾ ਯੁੱਧ ਹੈ। ਇੱਕ ਪਾਸੇ ਸਤਿਗੁਰੂ ਜੀ ਦੀ ਫੌਜ ਦੇ 40 ਸੂਰਮੇ, ਦੂਜੇ ਪਾਸੇ ਮੁਗਲ ਫੌਜ ਦੇ 10 ਲੱਖ ਸਿਪਾਹੀ। ਮੁਗਲ ਫੌਜ ਨੂੰ ਇਹ ਪੂਰਾ ਵਿਸ਼ਵਾਸ ਸੀ ਕਿ 40 ਸਿੰਘ ਕੀ ਆ, ਅਸੀਂ ਤਾਂ ਇਹਨਾਂ ਨੂੰ ਝਟਪਟ ਹੀ ਫਤਿਹ ਕਰ ਲਵਾਂਗੇ। ਔਰ ਦੁਨਿਆਵੀ ਤੌਰ ਤੇ ਜੇ ਸੋਚੀਏ ਤੇ ਹੈ ਵੀ ਸੱਚਾਈ, ਕਿੱਥੇ 10 ਲੱਖ ਤੇ ਕਿੱਥੇ 40। ਸੋ ਮੁਗਲਾਂ ਦਾ ਇਹ ਵਿਸ਼ਵਾਸ ਸੀ ਕਿ 40 ਸਿੰਘਾਂ ਨੂੰ ਅਸੀਂ ਬਹੁਤ ਜਲਦੀ, ਬੜੇ ਆਰਾਮ ਨਾਲ, ਬੜੀ ਆਸਾਨੀ ਨਾਲ ਜਿੱਤ ਲਵਾਂਗੇ। ਇਸ ਵਾਸਤੇ ਬਿਲਕੁਲ ਆਰਾਮ ਨਾਲ ਲੜਾਈ ਲੜੀਏ। ਮੁਗਲ ਸੈਨਾ ਸ਼ਰਾਬੀ ਕਬਾਬੀ ਹੋਣ ਕਾਰਨ ਆਲਸੀ ਵੀ ਸੀ। ਉਹ ਗੁਰੂ ਸਾਹਿਬ ਅਤੇ ਖਾਲਸੇ ਦੀ ਬਹਾਦਰੀ ਬਾਬਤ ਜਾਣਦੇ ਤਾਂ ਸਨ। ਮੁਗਲਾਂ ਨੇ ਛੋਟੇ ਛੋਟੇ ਦਸਤੇ ਗੜ੍ਹੀ ਵੱਲ ਭੇਜਣੇ ਸ਼ੁਰੂ ਕੀਤੇ, ਪਰ ਸਿੰਘਾਂ ਅਤੇ ਸਤਿਗੁਰੂ ਜੀ ਦੇ ਤੀਰਾਂ ਨੇ ਉਹਨਾਂ ਨੂੰ ਮੂੰਹ ਦੀ ਮੋੜੀ ਅਤੇ ਉਹ ਗੜ੍ਹੀ ਦੇ ਨਜ਼ਦੀਕ ਪੁੱਜਣ ਵਿੱਚ ਅਸਫਲ ਰਹੇ। ਸੈਂਕੜੇ ਮੁਗਲ ਮੌਤ ਦੇ ਘਾਟ ਉਤਾਰੇ ਗਏ। 5-5 ਸਿੰਘਾਂ ਦਾ ਜਥਾ ਹੁਣ ਗੜ੍ਹੀ ਤੋਂ ਬਾਹਰ ਜਾ ਕੇ ਮੁਗਲ ਫੌਜ ਨਾਲ ਜੂਝਣ ਲਈ ਸਤਿਗੁਰੂ ਜੀ ਨੇ ਤਿਆਰ ਕੀਤਾ। ਇਵੇਂ ਦਿਨ ਢਲ ਗਿਆ। ਖਿਜ਼ਰ ਖਾਂ, ਗੁਲਸ਼ੇਰ ਖਾਂ, ਨਾਹਰ ਖਾਂ ਇਤਾਦਿਕ ਵੱਡੇ ਵੱਡੇ ਸੂਰਮਿਆਂ ਨੇ ਭਾਰੀ ਸੈਨਾ ਲੈ ਕੇ ਜ਼ਬਰਦਸਤ ਹੱਲਾ ਕੀਤਾ। ਸਤਿਗੁਰੂ ਜੀ ਦੇ ਤੀਰ ਨਾਲ ਨਾਹਰ ਖਾਂ ਮਾਰਿਆ ਗਿਆ, ਪਰ ਖਵਾਜਾ ਮਰਦੂਦ ਕੰਧ ਓਲੇ ਲੋਕੇ ਬਚ ਗਿਆ। ਗੈਰਤ ਖਾਂ ਮਾਰਿਆ ਗਿਆ। ਜਿਹੜਾ ਵੀ ਦੀਵਾਰ ਦੇ ਲਾਗੇ ਪੁੱਜੇ ਉਹ ਤੀਰ ਦੇ ਨਾਲ ਸਤਿਗੁਰੂ ਜੀ ਢੇਰ ਕਰ ਦੇਣ। ਸਤਿਗੁਰੂ ਜੀ ਨੇ ਜਫਰਨਾਮੇ ਵਿੱਚ ਜੋ ਜ਼ਿਕਰ ਕੀਤਾ ਹੈ ਉਸ ਦਾ ਵਾਰਤਕ ਲੱਤਾ ਇਸ ਤਰ੍ਹਾਂ ਹੈ ਕਿ ਤੇਰੀ ਕਾਲੀ ਫੌਜ ਮੱਖੀਆਂ ਦੀ ਮਖੀਲ ਵਾਂਗ ਆਈ ਅਤੇ ਸ਼ੋਰ ਮਚਾਉਂਦੀ ਇੱਕਦਮ ਸਾਡੇ ਉੱਪਰ ਟੁੱਟ ਪਈ। ਇਹ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਜੋ ਬ੍ਰਿਤਾਂਤ ਸਤਿਗੁਰੂ ਜੀ ਨੇ ਲਿਖਿਆ ਉਸ ਦਾ ਵਾਰਤਕ ਅਨੁਵਾਦ ਹੈ ਕਿ ਔਰੰਗੇ ਤੇਰੀ ਕਾਲੀ ਪੌਸ਼ ਫੌਜ ਮੱਖੀਆਂ ਵਾਂਗ ਆਈ ਤੇ ਸ਼ੋਰ ਮਚਾਉਂਦੀ ਇੱਕਦਮ ਟੁੱਟ ਪਈ। ਜੋ ਵੀ ਕੋਈ ਦੀਵਾਰ ਭਾਵ ਚਮਕੌਰ ਦੀ ਕੱਚੀ ਗੜ੍ਹੀ ਦੀ ਓਟ ਤੋਂ ਜਰਾ ਬਾਹਰ ਆਇਆ ਉਹ ਇੱਕੋ ਤੀਰ ਖਾ ਕੇ ਲਹੂ ਵਿੱਚ ਗਰਕ ਹੋ ਗਿਆ। ਫਿਰ ਉਸ ਦੀਵਾਰ ਤੋਂ ਕੋਈ ਵੀ ਬਾਹਰ ਨਾ ਆਇਆ, ਨਾ ਉਹਨਾਂ ਤੀਰ ਖਾਧੇ ਤੇ ਨਾ ਖੁਆਰ ਹੋਏ। ਜਦੋਂ ਮੈਂ ਨਾਹਰ ਖਾਂ ਨੂੰ ਮੈਦਾਨੇ ਜੰਗ ਵਿੱਚ ਆਇਆ ਵੇਖਿਆ ਤਾਂ ਉਸ ਨੇ ਫੌਰਨ ਹੀ ਮੇਰੇ ਤੀਰ ਦਾ ਸਵਾਦ ਚੱਖਿਆ, ਅਰਥਾਤ ਉਹ ਤੀਰ ਖਾ ਕੇ ਤਾਂ ਥਾਂ ਤੇ ਹੀ ਢਹਿ ਢੇਰੀ ਹੋ ਗਿਆ। ਇਸ ਪਿੱਛੋਂ ਇੱਕ ਹੋਰ ਪਠਾਨ ਤੇ ਹੜ ਵਾਂਗ ਬੰਦੂਕ ਦੀ ਗੋਲੀ ਵਾਂਗ ਲੜਨ ਲਈ ਮੇਰੇ ਉੱਪਰ ਚੜ੍ਹਿਆ। ਉਸ ਨੇ ਬਹਾਦਰੀ ਨਾਲ ਬਹੁਤ ਸਾਰੇ ਹਮਲੇ ਕੀਤੇ। ਉਹਨਾਂ ਵਿੱਚੋਂ ਕੁਝ ਉਹਨੇ ਸੂਝ-ਬੂਝ ਨਾਲ ਕੀਤੇ ਤੇ ਕੁਝ ਬੇਸਮਝੀ ਨਾਲ। ਦੇਖੋ ਸਤਿਗੁਰੂ ਜੀ ਦੀ ਕਮਾਲ ਕਿ ਦੁਸ਼ਮਣ ਦੀ ਬਹਾਦਰੀ ਦਾ ਵੀ ਜ਼ਿਕਰ ਕਰਦੇ ਨੇ ਕਿ ਬਿਲਕੁਲ ਠੀਕ ਹੈ ਕਿ ਉਸਨੇ ਬਹਾਦਰੀ ਨਾਲ ਹਮਲੇ ਤਾਂ ਕੀਤੇ, ਕੁਝ ਉਹਨੇ ਸੂਝ-ਬੂਝ ਨਾਲ ਕੀਤੇ, ਕੁਝ ਬੇਸਮਝੀ ਨਾਲ ਕੀਤੇ। ਸਤਿਗੁਰੂ ਗਾਂ ਕਹਿੰਦੇ ਨੇ ਕਿ ਉਸ ਨੇ ਕਈ ਹੱਲੇ ਕੀਤੇ, ਖੁਦ ਵੀ ਬਹੁਤ ਸਾਰੇ ਫਟ ਖਾਧੇ। ਉਸ ਨੇ 2 ਜਣਿਆਂ ਨੂੰ ਜਾਨੋਂ ਮਾਰਿਆ ਤੇ ਆਖਰ ਆਪਣੀ ਜਾਨ ਦੇ ਗਿਆ। ਉਹ ਮਰਦੂਦ ਖਵਾਜਾ ਜਫਰ ਬੇਗ ਬੁਜਦਲ ਸਰਦਾਰ ਗੜ੍ਹੀ ਦੀ ਦੀਵਾਰ ਦੀ ਓਟ ਵਿੱਚ ਰਿਹਾ, ਪਰ ਬਹਾਦਰਾਂ ਵਾਂਗ ਸਾਹਮਣੇ ਨਾ ਆਇਆ। ਸਤਿਗੁਰੂ ਜੀ ਦੇ ਸਿੰਘ ਕਾਲੇ ਮਖੀਲ ਦੀਆਂ ਮੱਖੀਆਂ ਉੱਪਰ ਟੁੱਟ ਪਏ ਅਤੇ ਪਲਾਂ ਵਿੱਚ ਵੈਰੀਆਂ ਤੇ ਕਾਬੂ ਪਾ ਲਿਆ। ਜੋ ਕੋਈ ਵੀ ਦੀਵਾਰ ਤੋਂ ਬਾਹਰ ਆਇਆ ਇੱਕੋ ਤੀਰ ਨਾਲ ਖੂਨੋ ਖੂਨ ਹੋ ਗਿਆ, ਪਰ ਜੋ ਵੀ ਦੀਵਾਰ ਦੇ ਅੰਦਰ ਰਿਹਾ ਕਿਸੇ ਤੀਰ ਨਾਲ ਜ਼ਖਮੀ ਨਾ ਹੋਇਆ ਤੇ ਨਾ ਪਰੇਸ਼ਾਨ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਨਾਹਰ ਖਾਂ ਲੜਾਈ ਵਿੱਚ ਆਇਆ ਤਾਂ ਇੱਕੋ ਤੀਰ ਨਾਲ ਉਸ ਦਾ ਖਾਤਮਾ ਹੋ ਗਿਆ। ਬਾਕੀ ਰਹਿੰਦੇ ਪਠਾਨ ਜੰਗ ਵਿੱਚ ਸ਼ਾਮਲ ਹੋਏ। ਬੜਾ ਖੂੰਖਾਰ ਹੱਲਾ ਬੋਲਿਆ, ਬੜੀ ਮਰਦਾਨਗੀ ਨਾਲ ਹੱਲਾ ਬੋਲਿਆ, ਪਰ ਬੜੀ ਕਾਇਰਤਾ ਤੇ ਮੂਰਖਤਾ ਦੇ ਨਾਲ ਉਹਨਾਂ ਵਿੱਚੋਂ ਬਹੁਤਿਆਂ ਨੇ ਜੰਗ ਕੀਤੀ। ਬੁਰੀ ਤਰ੍ਹਾਂ ਜ਼ਖਮੀ ਹੋ ਕੇ ਰੱਬ ਨੂੰ ਪਿਆਰੇ ਹੁੰਦੇ ਗਏ। ਉਹ ਮਰਦੂਦ ਖਵਾਜਾ ਤੇਰਾ ਜਰਨੈਲ ਕੰਧ ਦੇ ਓਲੇ ਖੜਾ ਰਿਹਾ, ਕਾਇਰਾਂ ਵਾਂਗ ਲੜਾਈ ਵਿੱਚ ਸ਼ਾਮਲ ਨਾ ਹੋਇਆ। ਇਸ ਯੁੱਧ ਵਿੱਚ ਕਾਫੀ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਪਹਿਰੇਦਾਰ ਮਦਨ ਸਿੰਘ ਤੇ ਕਾਠਾ ਸਿੰਘ ਜੀ ਵੀ ਸ਼ਹੀਦ ਹੋ ਗਏ। ਪਹਿਲਾਂ ਦਾਨ ਸਿੰਘ, ਸ਼ਿਆਮ ਸਿੰਘ ਤੇ ਧਿਆਨ ਸਿੰਘ ਪਹਿਰੇਦਾਰ ਸਿੰਘਾਂ ਪਿੱਛੋਂ ਬਾਹਰ ਮੁਗਲ ਸੈਨਾ ਨਾਲ ਲੜੇ, ਉਹ ਵੀ ਸ਼ਹੀਦੀ ਪਾ ਗਏ। ਟਿੱਡੀ ਦਲ ਵਾਂਗੂ ਮੁਗਲ ਸੈਨਾ ਗੜ੍ਹੀ ਦੇ ਦਰਵਾਜ਼ੇ ਵੱਲ ਆਉਂਦੀ ਵੇਖ ਕੇ ਭਾਈ ਮੋਹਕਮ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਨਾਲ ਜੂਝਣ ਲਈ ਸਤਿਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਕੇ ਆਗਿਆ ਮੰਗੀ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੇ ਹੱਥ ਦੀ ਤਲਵਾਰ ਬਖਸ਼ੀ ਅਤੇ ਅਸ਼ੀਰਵਾਦ ਦੇ ਕੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ। 5 ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਇਕੱਲਾ 1.25 ਲੱਖ ਮੁਗਲਾਂ ਵੱਲੋਂ ਲੜਦੀ ਫੌਜ ਨਾਲ ਜੂਝਿਆ ਅਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ।
सवा लाख से एक लड़ाऊ का वचन पूरा कर विखाया ਅਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਪਿੱਛੋਂ ਬਿਜਲੀ ਵਾਂਗੂ ਪਿਆਰੇ ਸਾਹਿਬ ਸਿੰਘ ਅਤੇ ਪਿਆਰੇ ਹਿੰਮਤ ਸਿੰਘ, ਇਹ ਵੀ ਜੋ 5 ਪਿਆਰਿਆਂ ਵਿੱਚੋਂ ਸਨ, ਦੁਸ਼ਮਣਾਂ ਦੇ ਉੱਪਰ ਟੁੱਟ ਪਏ। ਅਜਿਹੀ ਤਲਵਾਰ ਚਲਾਈ ਕਿ ਦਰਵਾਜ਼ੇ ਦੇ ਅੱਗੇ ਪੁੱਜੀ ਸੈਨਾ ਦਾ ਸਫਾਇਆ ਕਰ ਦਿੱਤਾ। ਖੂਨ ਦੀਆਂ ਨਦੀਆਂ ਵਹਿ ਟੁਰੀਆਂ। ਅੰਤ ਜੰਗੇ ਮੈਦਾਨ ਵਿੱਚ ਇਹ ਵੀ ਦੋਵੇਂ ਪਿਆਰੇ ਸ਼ਹੀਦ ਹੋ ਗਏ। ਇਵੇਂ ਹੀ ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ, ਭਾਈ ਮੇਹਰ ਸਿੰਘ, ਭਾਈ ਕੀਰਤ ਸਿੰਘ, ਭਾਈ ਆਨੰਦ ਸਿੰਘ, ਭਾਈ ਲਾਲ ਸਿੰਘ, ਭਾਈ ਕੇਸਰਾ ਸਿੰਘ, ਭਾਈ ਮਦਵਰ ਅਮੋਲਕ ਸਿੰਘ ਵੀ ਵੈਰੀ ਦਲ ਨੂੰ ਮਾਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਦੁਬਾਰਾ ਖਵਾਜਾ ਅਤੇ ਗੁਲਸ਼ੇਰ ਖਾਂ ਨੇ ਭਾਰੀ ਹਮਲਾ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸਤਿਗੁਰੂ ਜੀ ਪਾਸੋਂ ਜੰਗੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। 5 ਸਿੰਘਾਂ ਨੂੰ ਨਾਲ ਲੈ ਕੇ ਜੰਗੇ ਮੈਦਾਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਪੁੱਜੇ। ਇੱਕ ਭਿਆਨਕ ਯੁੱਧ ਛਿੜਿਆ। ਤੀਰਾਂ ਦੀ ਬਾਛੜ ਹੋਣ ਲੱਗੀ। ਨੇਜੇ ਤਲਵਾਰਾਂ ਚੱਲਣ ਲੱਗੀਆਂ। ਸਾਹਿਬਜ਼ਾਦੇ ਦੇ ਪੱਥੇ ਵਿੱਚੋਂ ਤੀਰ ਮੁੱਕ ਗਏ। ਸਾਂਗ ਧੂਈ ਦੁਸ਼ਮਣ ਤੇ ਟੁੱਟ ਪਏ। ਇੱਕ ਪਠਾਨ ਦੀ ਜ਼ਰਾ ਬਖਤਰ ਭਾਵ ਲੋਹੇ ਦੀ ਬਣੀ ਹੋਈ ਜੋ ਜੈਕਟ ਸੀ, ਇਹ ਸਾਂਗ ਉਸ ਵਿੱਚ ਫਸ ਗਈ। ਜਦੋਂ ਜ਼ੋਰ ਨਾਲ ਖਿੱਚੀ ਤਦ ਸਾਂਗ ਟੁੱਟ ਗਈ। ਸਾਹਿਬਜ਼ਾਦੇ ਨੇ ਤਲਵਾਰ ਮਿਆਨ ਵਿੱਚੋਂ ਖਿੱਚੀ ਅਤੇ ਦੁਸ਼ਮਣਾਂ ਨਾਲ ਜੂਝਣਾ ਜਾਰੀ ਰੱਖਿਆ। ਨਾਲ ਆਏ 5 ਸਿੰਘ ਵੀ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਮੁਗਲ ਫੌਜ ਨੇ ਇਕੱਲੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਘੇਰ ਲਿਆ। ਸਾਹਿਬਜ਼ਾਦੇ ਵੱਲੋਂ ਅਨਵਰ ਖਾਂ ਤੇ ਤਲਵਾਰ ਦਾ ਭਰਵਾਂ ਵਾਰ ਕੀਤਾ, ਪਰ ਮੁਗਲ ਸੈਨਾ ਵੱਲੋਂ ਕੀਤੇ ਵਾਰ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਸਤਿਗੁਰੂ ਜੀ ਨੇ ਆਪਣੇ ਦੁਲਾਰੇ ਨੂੰ ਜੂਝਦਿਆਂ, ਘੇਰੇ ਵਿੱਚ ਘਿਰਦਿਆਂ, ਘਾਇਲ ਹੁੰਦਿਆਂ, ਆਪਾ ਨਿਸ਼ਾਵਰ ਕਰਦਿਆਂ ਵੇਖਿਆ, ਪਰ ਆਂਦਰਾਂ ਦੇ ਮੋਹ ਨੇ ਗੁਰਦੇਵ ਜੀ ਨੂੰ ਡਲਾ ਨਾ ਸਕਿਆ। ਇਵੇਂ ਪੁੱਤਰ ਸੰਤ ਖਾਲਸਾ ਸਿਪਾਹੀ ਯੋਧਾ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ। ਵੱਡੇ ਵੀਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਯੁੱਧ ਵਿੱਚ ਜਾਣ ਦੀ ਆਗਿਆ ਮੰਗੀ। ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਕੰਡ ਤੇ ਹੱਥ ਫੇਰਿਆ ਅਤੇ ਬਹਾਦਰੀ ਨਾਲ ਰਣ ਖੇਤਰ ਵਿੱਚ ਜੂਝਣ ਲਈ ਅਸੀਸ ਬਖਸ਼ੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ 5 ਸਿੰਘਾਂ ਸਮੇਤ ਮੈਦਾਨੇ ਜੰਗ ਵਿੱਚ ਪੁੱਜੇ ਅਤੇ ਪਹਿਲੇ ਸ਼ਹੀਦ ਹੋ ਚੁੱਕੇ ਸਿੰਘਾਂ ਵਾਂਗੂ ਜੂਝਣ ਲੱਗੇ। ਸੈਂਕੜੇ ਮੁਗਲ ਅਤੇ ਪਹਾੜੀ ਰਾਜਿਆਂ ਦੀ ਫੌਜ ਨੂੰ ਮੌਤ ਦੇ ਘਾਟ ਉਤਾਰਿਆ। ਇਸ ਵੇਲੇ ਤਰਕਾਲਾਂ ਪੈ ਚੁੱਕੀਆਂ ਸਨ। 6 ਬਹਾਦਰ ਸਿੰਘਾਂ ਨੇ ਗੜ੍ਹੀ ਦੇ ਦਰਵਾਜ਼ੇ ਅੱਗਿਓਂ ਟਿੱਡੀ ਦਲ ਵਾਂਗੂ ਵਧੀ ਆ ਰਹੀ ਫੌਜ ਦਾ ਸਫਾਇਆ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਵਾਂਗੂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਬਹੁਤ ਬਹਾਦਰੀ, ਦਲੇਰੀ, ਨਿਰਭੈਤਾ ਦੇ ਨਾਲ ਲੜੇ। ਅਣਗਿਣਤ ਵੈਰੀਆਂ ਦੇ ਦਲ ਵਿੱਚ ਲਿੜਦੇ ਘਿਰ ਗਏ। ਕਾਫੀ ਜ਼ਖਮੀ ਹੋਏ ਔਰ ਜ਼ਖਮੀ ਹੁੰਦਿਆਂ ਵੀ ਜ਼ਖਮਾਂ ਦੀ ਤਾਬ ਨੂੰ ਨਾ ਧਿਆਨ ਵਿੱਚ ਰੱਖਦਿਆਂ ਅਖੀਰਲੇ ਦਮ ਤੱਕ ਮੁਗਲਾਂ ਦੀ ਕਟਾ ਵੱਢੀ ਕਰਦੇ ਲੜਦੇ ਰਹੇ। 5 ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਤ ਜ਼ਖਮੀ ਹੋ ਕੇ ਸ਼ਹੀਦ ਹੋ ਗਏ। ਇਸ ਵੇਲੇ ਕਾਫੀ ਹਨੇਰਾ ਹੋ ਗਿਆ। ਵੈਰੀ ਸੈਨਾ ਵੀ ਗੜ੍ਹੀ ਤੋਂ ਪਿਛਾਂਹ ਹਟ ਗਈ। ਸਤਿਗੁਰੂ ਜੀ ਨੇ ਦੀਵਾਨ ਸਜਾਇਆ, ਰਹਿਰਾਸ ਦਾ ਪਾਠ ਕੀਤਾ। ਅੱਜ ਅਰਦਾਸ ਗੁਰਦੇਵ ਨੇ ਆਪ ਕੀਤੀ। ਵਾਹਿਗੁਰੂ ਧੰਨਵਾਦ ਕੀਤਾ ਅਕਾਲ ਪੁਰਖ ਦਾ ਕਿ 3 ਮਹਾਨ ਕਸ਼ਟ ਭਰੀਆਂ ਰਾਤਾਂ ਖਾਲਸੇ ਨੇ ਚੜ੍ਹਦੀ ਕਲਾ ਨਾਲ ਬਤੀਤ ਕੀਤੀਆਂ ਅਤੇ ਵਾਹਿਗੁਰੂ ਅੰਗ ਸੰਗ ਰਹੇ। ਜਿਨ੍ਹਾਂ ਨੂੰ ਆਪਣੀ ਗੋਦ ਵਿੱਚ ਸੱਦਣਾ ਮਨਜ਼ੂਰ ਸੀ, ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਸਨਮੁਖ ਰਹਿੰਦਿਆਂ ਚਿੱਤ ਵਿੱਚ ਨਾਮ ਤੇ ਮੂੰਹ ਵਿੱਚ ਫਤਿਹ ਦੇ ਕਰਕੇ ਆਪਣੇ ਚਰਨਾਂ ਵਿੱਚ ਸੱਦ ਲਿਆ। ਘਾਲ ਪ੍ਰਵਾਨ ਹੋਈ, ਉਹ ਦਰ ਅਪੜੇ ਜੋ ਬਾਕੀ ਰਹੇ। ਹੇ ਅਕਾਲ ਪੁਰਖ, ਆਪ ਦੀ ਓਟ ਵਿੱਚ ਸਾਵਧਾਨ, ਭਾਣੇ ਅਤੇ ਰਜ਼ਾ ਵਿੱਚ ਰਾਜ਼ੀ, ਚੜ੍ਹਦੀਆਂ ਕਲਾਂ ਵਿੱਚ ਤਿਆਰ ਬਰ ਤਿਆਰ ਹਨ। ਇਹ ਵਾਹਿਗੁਰੂ ਜੀ ਸਭ ਆਪ ਦੀ ਮਿਹਰ ਹੈ। ਫਿਰ ਸਤਿਗੁਰੂ ਜੀ ਨੇ ਸਾਰੇ ਸ਼ਹੀਦਾਂ ਦੀ ਆਤਮਾ ਨੂੰ ਅਸੀਸਾਂ ਬਖਸ਼ੀਆਂ। ਇਸ ਵੇਲੇ ਸਭ ਸਿੰਘਾਂ ਨੇ ਸਤਿਗੁਰੂ ਜੀ ਨੂੰ ਗੜ੍ਹੀ ਛੱਡ ਜਾਣ ਲਈ ਬੇਨਤੀ ਕੀਤੀ। ਸਿੰਘਾਂ ਵੱਲੋਂ ਪੰਥਕ ਰੂਪ ਵਿੱਚ ਕੀਤੀ ਬੇਨਤੀ ਸਤਿਗੁਰੂ ਜੀ ਨੇ ਪ੍ਰਵਾਨ ਤਾਂ ਕਰ ਲਈ। ਗੜ੍ਹੀ ਛੱਡਣ ਤੋਂ ਪਹਿਲਾਂ ਆਪਣੀ ਸ਼ਕਲ ਨਾਲ ਮਿਲਦੇ ਜੁਲਦੇ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਜਿਗਾ ਕਲਗੀ ਸਜਾਈ, ਬਸਤਰ ਵੀ ਪਹਿਨਾ ਦਿੱਤੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਲੈ ਕੇ ਤਾੜੀ ਸਾਹਿਬ ਗੁਰਦੁਆਰੇ ਵਾਲੇ ਸਥਾਨ ਤੇ ਸਤਿਗੁਰੂ ਪੁੱਜੇ ਔਰ ਲਲਕਾਰਿਆ। ਹੱਥ ਤੇ ਹੱਥ ਮਾਰ ਕੇ ਤਾੜੀ ਮਾਰੀ ਤੇ ਆਖਿਆ ਕਿ ਇਹ ਮੁਗਲੋ ਸਿੱਖਾਂ ਦਾ ਗੁਰੂ ਜਾ ਰਿਹਾ ਹੈ। 3 ਵੇਰ ਸਤਿਗੁਰੂ ਜੀ ਨੇ ਇਸ ਤਰ੍ਹਾਂ ਪੁਕਾਰਿਆ। ਇੱਕਦਮ ਹਫੜਾ ਦਫੜੀ ਮਚ ਗਈ। ਆਪੋ ਵਿੱਚ ਕਟਾਵੜ ਸ਼ੁਰੂ ਹੋਈ। ਸਤਿਗੁਰੂ ਜੀ 3 ਸਿੰਘਾਂ ਨੂੰ ਤਾਰੇ ਦੀ ਸੇਧ ਦੇ ਨਾਲ ਆਉਣ ਦਾ ਹੁਕਮ ਦੇ ਕੇ ਦੁਸ਼ਮਣ ਦੀਆਂ ਸਫਾਂ ਚੀਰਦੇ ਪੰਥ ਖਾਲਸੇ ਦਾ ਹੁਕਮ ਮੰਨ ਕੇ ਨਿਕਲ ਗਏ। ਗੜ੍ਹੀ ਵਿੱਚ ਅਟਾਰੀ ਉੱਪਰ ਸੰਤ ਸਿੰਘ, ਸੰਗਤ ਸਿੰਘ ਚੜ੍ਹ ਗਏ। ਰਾਮ ਸਿੰਘ, ਸੰਤੋਖ ਸਿੰਘ, ਕੇਰ ਸਿੰਘ, ਦੇਵਾ ਸਿੰਘ 4 ਬੁਰਜਾਂ ਤੇ ਡਟ ਗਏ।
ਜੀਵਨ ਸਿੰਘ ਅਤੇ ਕਾਠਾ ਸਿੰਘ ਧੌਂਸਾ ਵਜਾਉਣ ਲੱਗੇ। ਸਭਨਾਂ ਨੇ ਇਸ ਵੇਲੇ ਤੀਰਾਂ ਨਾਲ ਦੁਸ਼ਮਣ ਦੀਆਂ ਫੌਜਾਂ ਤੇ ਵਾਰ ਕੀਤੇ। ਰਾਤ ਲੰਘਣ ਉਪਰੰਤ ਦੁਸ਼ਮਣਾਂ ਨੇ ਗੜ੍ਹੀ ਨੂੰ ਘੇਰ ਲਿਆ। ਸਾਰੇ ਸਿੰਘ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਭਾਈ ਸੰਗਤ ਸਿੰਘ ਨੂੰ ਕਲਗੀ ਅਤੇ ਵਸਤਰ ਪਹਿਨੇ ਵੇਖੇ ਤਦ ਉਹਨਾਂ ਸਤਿਗੁਰੂ ਜੀ ਦੇ ਸ਼ਹੀਦ ਹੋ ਜਾਣ ਦਾ ਸ਼ੱਕ ਪੈ ਗਿਆ, ਪਰ ਪਿੱਛੋਂ ਸੂਈਏ ਵੱਲੋਂ ਖਬਰ ਮਿਲਣ ਤੇ ਬਹੁਤ ਹੈਰਾਨ ਹੋਏ ਕਿ ਸਤਿਗੁਰੂ ਜੀ ਤਾਂ ਸਹੀ ਸਲਾਮਤ ਇੱਥੋਂ ਨਿਕਲ ਕੇ ਜਾ ਚੁੱਕੇ ਹਨ। ਦਿਨੇ ਮੁਗਲ ਆਪਣੀਆਂ ਫੌਜਾਂ ਦੇ ਮਰ ਚੁੱਕੇ ਸਿਪਾਹੀਆਂ ਦੀਆਂ ਲੋਥਾਂ ਵੱਡੇ ਵੱਡੇ ਟੋਏ ਪੁੱਟ ਕੇ ਦੱਬਦੇ ਰਹੇ। ਸ਼ਾਮ ਵੇਲੇ ਉਹ ਆਪਣੇ ਘਰਾਂ ਨੂੰ ਪਰਤਣ ਲਈ ਉਤਾਵਲੇ ਸਨ। ਸ਼ਹੀਦ ਸਿੰਘਾਂ ਦੇ ਪਾਵਨ ਸਰੀਰ ਕਿਸੇ ਨੇ ਨਾ ਸੰਭਾਲੇ। ਰਾਤ ਪੈ ਗਈ। ਬਹਾਦਰ ਸਿੰਘਣੀ ਬੀਬੀ ਸ਼ਰਨ ਕੌਰ ਜੰਗ ਦੇ ਮੈਦਾਨ ਵਿੱਚ ਪੁੱਜੀ। ਤੁਰਕ ਫੌਜ ਆਰਾਮ ਕਰ ਰਹੀ ਸੀ। ਉਸ ਨੇ ਪਠਾਨੀਆਂ ਵਾਲਾ ਭੇਸ ਧਾਰਿਆ। ਇੱਕ ਦੀਵਾ ਹੱਥ ਵਿੱਚ ਲੈ ਕੇ ਤੜਕਾ ਹੋਣ ਤੋਂ ਪਹਿਲਾਂ ਉਸ ਨੇ ਸਾਹਿਬਜ਼ਾਦਿਆਂ ਤੇ ਕੁਝ ਸਿੰਘਾਂ ਦੀਆਂ ਪਾਵਨ ਦੇਹਾਂ ਇਕੱਤਰ ਕਰ ਲਈਆਂ। ਅੰਗੀਠਾ ਤਿਆਰ ਕਰ ਲਿਆ। ਅਰਦਾਸਾ ਸੋਧ ਕੇ ਅੰਗੀਠੇ ਨੂੰ ਅੱਗ ਪ੍ਰਚੰਡ ਕਰ ਦਿੱਤੀ। ਤੁਰਕ ਫੌਜ ਦਾ ਇੱਕ ਦਸਤਾ ਭੱਜਾ ਆਇਆ। ਉਹਨਾਂ ਇੱਕ ਔਰਤ ਨੂੰ ਵੇਖਿਆ, ਉਸ ਨੂੰ ਫੜਿਆ, ਘਸੀਟ ਕੇ ਪਰਾਂ ਕਰਕੇ ਅੱਗ ਬਾਲਣ ਦਾ ਕਾਰਨ ਪੁੱਛਿਆ, ਪਰ ਉਸ ਦਲੇਰ ਬੀਬੀ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ। ਉਹ ਬਿਲਕੁਲ ਚੁੱਪਚਾਪ ਰਹੀ ਅਤੇ ਇੱਕ ਤੁਰਕ ਨੇ ਵਰਸ਼ਾ ਮਾਰ ਕੇ ਉਸ ਬੀਬੀ ਨੂੰ ਵੀ ਸ਼ਹੀਦ ਕਰ ਦਿੱਤਾ। ਉਸ ਨੂੰ ਵੀ ਉਸੇ ਬਲਦੇ ਹੋਏ ਅੰਗੀਠੇ ਵਿੱਚ ਸੁੱਟ ਦਿੱਤਾ। ਇਵੇਂ ਪੰਥ ਤੋਂ ਕੁਰਬਾਨ ਹੋਣ ਵਾਲੇ ਬਹਾਦਰ ਸਪੂਤਾਂ ਦਾ ਅੰਤਮ ਸੰਸਕਾਰ ਹੋਇਆ। ਇਸ ਘਟਨਾ ਤੋਂ ਪਿੱਛੋਂ ਕੁਝ ਸਿੰਘਾਂ ਨੇ ਪਠਾਣਾ ਦਾ ਭੇਸ ਬਣਾ ਕੇ ਬਾਕੀ ਰਹਿੰਦੇ ਸ਼ਹੀਦ ਸਿੰਘਾਂ ਦੀਆਂ ਪਾਵਨ ਦੇਹਾਂ ਇਕੱਤਰ ਕਰਕੇ ਸੰਸਕਾਰ ਕਰਨ ਦੀ ਸੇਵਾ ਕੀਤੀ। ਅੱਲਾ ਯਾਰ ਖਾਂ ਜੋਗੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਕਾ ਚਮਕੌਰ ਦਾ ਦ੍ਰਿਸ਼ ਸਨਮੁਖ ਰੱਖਦਿਆਂ ਇਉਂ ਸ਼ਰਧਾਂਜਲੀ ਭੇਂਟ ਕਰਦਾ ਹੈ ਕਿ याकूब को यूसुफ के बिछड़ने ने रुलाया, याकूब को यूसुफ के बिछड़ने ने रुलाया, सावर कोई कम कैसा रसूलों में है आया, कटवा के पिसर चारे एक आंसू ना गिराया, रुतबा गुरु गोविंद ने ऋषियों का बढ़ाया। डंडक में फिरे राम तो सीता थी बगल में, डंडक में फिरे राम तो सीता थी बगल में, वो फकह जहां हिंद की माता थी बगल में। लक्ष्मण सा बरादर पाए तस्कीन जिगर था, सीता सी पति बरत सो बन राम को कर था, बाकी है कन्हैया तो नहीं उनका पिसर था, सच है गुरु गोबिंद का रुतबा ही दिगर था। ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਥੋੜਾ ਵਿਸਥਾਰ ਵਿੱਚ ਵਾਚਣਾ ਕਰੀਏ। ਸਤਿਗੁਰੂ ਜੀ ਮਾਚੀਵਾੜੇ ਦੇ ਜੰਗਲ ਵਿੱਚ ਪੁੱਜ ਗਏ। ਅਕਾਲ ਪੁਰਖ ਜੀ ਦਾ ਧੰਨਵਾਦ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਵੀ ਸਤਿਗੁਰੂ ਜੀ ਦੇ ਦਿੱਤੇ ਹੋਏ ਇਸ਼ਾਰੇ ਮੁਤਾਬਕ ਤੁਰਦੇ ਤੁਰਦੇ ਪਹੁੰਚ ਗਏ। ਇੱਥੇ ਸੰਘਣਾ ਬਾਗ ਹੈ। ਬਾਗ ਵਿੱਚ ਖੂਹ ਹੈ। ਖੂਹ ਤੋਂ ਸਤਿਗੁਰੂ ਜੀ ਨੇ ਜਲ ਛਕਿਆ ਤੇ ਨਵੇਕਲੀ ਜੀ ਥਾਂ ਦੇਖ ਕੇ ਲੇਟ ਗਏ। ਰਾਤ ਦੇ ਹਨੇਰੇ ਵਿੱਚ ਪਿਆਰਾ ਦਇਆ ਸਿੰਘ, ਪਿਆਰਾ ਧਰਮ ਸਿੰਘ, ਭਾਈ ਮਾਨ ਸਿੰਘ ਤੇ ਸਤਿਗੁਰੂ ਜੀ ਦੇ ਭਾਈ ਗੁਲਾਬੇ ਦੇ ਚਵਾਰੇ ਵਿੱਚ ਲੈ ਕੇ ਇਹਨਾਂ ਨੂੰ ਪੁੱਜ ਗਏ। ਇੱਥੇ ਪ੍ਰਸ਼ਾਦਾ ਪਾਣੀ ਛਕਿਆ ਤੇ ਆਰਾਮ ਕੀਤਾ। ਇੱਥੇ ਹੀ ਇੱਕ ਮੱਟ ਵਿੱਚ ਨੀਲ ਪਾ ਕੇ ਨੀਲੇ ਵਸਤਰ ਰੰਗੇ ਗਏ ਅਤੇ ਸਤਿਗੁਰੂ ਜੀ ਨੂੰ ਪਹਿਨਾਏ ਗਏ। ਨਵੀ ਖਾਂ ਤੇ ਗਨੀ ਖਾਂ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੂੰ ਵੀ ਪਠਾਣੀ ਵਸਤਰ ਪਵਾ ਦਿੱਤੇ। ਸਤਿਗੁਰੂ ਜੀ ਨੂੰ ਸੂਫੀ ਫਕੀਰਾਂ ਵਾਲੇ ਵਸਤਰ ਪਹਿਨਾ ਕੇ ਇੱਕ ਸੁੰਦਰ ਸਿੰਘਾਸਣ ਤੇ ਬਿਠਾ ਕੇ ਨਵੀ ਖਾਂ, ਗਨੀ ਖਾਂ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਚੌਹਾਂ ਨੇ ਉਹ ਸਿੰਘਾਸਣ ਉਠਾ ਲਿਆ ਅਤੇ ਮਾਨ ਸਿੰਘ ਜੀ ਚੌਰ ਕਰਨ ਲੱਗੇ। ਇਵੇਂ ਉੱਚ ਦੇ ਪੀਰ ਬਣ ਕੇ ਸਤਿਗੁਰੂ ਜੀ ਪਠਾਣੀ ਫੌਜ ਦੇ ਘੇਰੇ ਵਿੱਚੋਂ ਪਾਰ ਹੋ ਗਏ। ਕੁਲਾਲ, ਲਲਾਂ, ਕਟਾਣੀ, ਰਾਮਪੁਰ ਹੁੰਦੇ ਹੇਹਰ ਪੁੱਜੇ। ਜੱਟਪੁਰੇ ਰਾਏ ਕੱਲੇ ਪਾਸ ਠਹਿਰੇ ਹੋਏ। ਜੱਟਪੁਰੇ ਰਾਏ ਕੱਲੇ ਪਾਸ ਠਹਿਰੇ। ਰਾਏ ਕੱਲੇ ਦੇ ਕੁੜਮ ਨਿਹੰਗ ਖਾਂ ਨੇ ਆਪਣੇ ਪੁੱਤਰ ਆਲਮ ਖਾਂ ਨੂੰ ਆਖਿਆ ਕਿ ਉਹ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਤੋਂ ਖਬਰ ਮੰਗਾਏ। ਆਲਮ ਖਾਂ ਨੇ ਨੂਰੇ ਮਾਹੀ ਨੂੰ ਸਰਹੰਦ ਭੇਜਿਆ। ਨੂਰੇ ਮਾਹੀ ਨੇ ਵਾਪਸ ਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਦੱਸੀ। ਸਰਸਾ ਨਦੀ ਘਮਸਾਨ ਯੁੱਧ ਸਮੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਬਾਕੀ ਖਾਲਸਾ ਫੌਜ ਦੇ ਨਾਲੋਂ ਨਿਖੜ ਗਏ। ਗੰਗੂ ਬ੍ਰਾਹਮਣ ਜੋ ਰਸੋਈਆ ਸੀ ਗੁਰੂ ਘਰ ਦਾ, ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਗਿਆ। ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨ ਉਪਰੰਤ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਗਲਵੱਕੜੀ ਵਿੱਚ ਲਿਆ, ਅਸੀਸਾਂ ਦਿੱਤੀਆਂ, ਛਾਤੀ ਨਾਲ ਲਗਾ ਮੱਥਾ ਚੁੰਮ ਆਰਾਮ ਕਰਨ ਵਾਸਤੇ ਤਿੰਨੋਂ ਲੇਟ ਗਏ। ਰਾਤ ਦੇ ਅੰਧੇਰੇ ਵਿੱਚ ਗੰਗੂ ਬ੍ਰਾਹਮਣ ਮੋਹਰਾਂ ਦੀ ਖੁਰਜੀ ਆਰਾਮ ਕਰ ਰਹੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਪਾਸੋਂ ਚੁੱਪਚਾਪ ਚੋਰੀ ਲੈ ਗਿਆ। ਜਦੋਂ ਦਿਨ ਚੜ੍ਹਿਆ, ਮਾਤਾ ਜੀ ਨੇ ਸੁਤੇ ਸਿੱਧ ਗੰਗੂ ਪਾਸੋਂ ਉਸ ਮੋਹਰਾਂ ਦੀ ਖੁਰਜੀ ਬਾਰੇ ਪੁੱਛਿਆ ਤੇ ਉਲਟਾ ਉਹ ਲਾਲ ਪੀਲਾ ਹੋ ਕੇ ਕਹਿਣ ਲੱਗਾ ਕਿ ਚੰਗਾ ਮੈਨੂੰ ਨੇਕੀ ਦਾ ਫਲ ਦੇਣ ਲੱਗੇ ਹੋ।
ਆਪਣੀ ਜਾਨ ਤਲੀ ਤੇ ਧਰ ਕੇ ਮੈਂ ਤੁਹਾਨੂੰ ਆਪਣੇ ਘਰ ਆਸਰਾ ਦਿੱਤਾ ਹੈ, ਤੁਸੀਂ ਮੈਨੂੰ ਚੋਰ ਬਣਾਈ ਜਾ ਰਹੇ ਹੋ। ਇਵੇਂ ਕੀਤੇ ਹੋਏ ਆਪਣੇ ਪਾਪ ਨੂੰ ਛੁਪਾਉਣ ਲਈ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਿੱਧਾ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ ਤੇ ਮਾਨੀ ਖਾਂ ਪਾਸ ਜਾ ਕੇ ਰਿਪੋਰਟ ਦਰਜ ਕਰਵਾਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਛੋਟੇ ਸਾਹਿਬਜ਼ਾਦੇ ਮੇਰੇ ਘਰ ਆਏ ਹੋਏ ਨੇ। ਇਹ ਖਬਰ ਸੁਣ ਕੇ ਸਿਪਾਹੀ ਤੁਰੰਤ ਗੰਗੂ ਬ੍ਰਾਹਮਣ ਨਾਲ ਖੇੜੀ ਪੁੱਜੇ। ਜਦੋਂ ਉਹ ਗੰਗੂ ਦੇ ਵਿਹੜੇ ਪੁੱਜੇ ਤਦ ਨਗਰ ਦੇ ਵਸਨੀਕ ਹੈਰਾਨੀ ਨਾਲ ਵੇਖਣ ਲੱਗੇ ਕਿ ਅੱਜ ਇਹ ਮੁਗਲ ਫੌਜ, ਮੁਗਲ ਪੁਲਿਸ ਗੰਗੂ ਦੇ ਬ੍ਰਾਹਮਣ ਘਰ ਕਿਉਂ ਦਾਖਲ ਹੋਈ ਹੈ। ਕੁਝ ਸਮੇਂ ਮਗਰੋਂ ਸਿਪਾਹੀ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਬਾਹਰ ਨਿਕਲ ਟੁਰੇ। ਤਦ ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਭਾਂਤ ਭਾਂਤ ਦੀਆਂ ਗੱਲਾਂ ਹੋਣ ਲੱਗੀਆਂ। ਲੋਕ ਆਖਣ ਲੱਗੇ ਕਿ ਗੰਗੂ ਬ੍ਰਾਹਮਣ ਲੂਣ ਹਰਾਮੀ ਨਿਕਲਿਆ, ਇਸ ਨੇ ਨਿਰਦੋਸ਼ਾਂ ਨੂੰ ਖਾਮਖਾ ਫੜਾਇਆ। ਅਜਿਹੀਆਂ ਫਟਕਾਰਾਂ ਲੋਕਾਂ ਵੱਲੋਂ ਗੰਗੂ ਨੂੰ ਪਾਈਆਂ ਗਈਆਂ। ਉਧਰ ਸਿਪਾਹੀ ਤਿੰਨਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮੋਰਿੰਡੇ ਪੁੱਜ ਗਏ। ਜਦ ਨੂੰ ਲੌਢਾ ਪਹਿਰ ਹੋ ਗਿਆ। ਸ਼ਾਮ ਤੱਕ ਪੁਲਿਸ ਉਹਨਾਂ ਨੂੰ ਸਰਹੰਦ ਲੈ ਪੁੱਜੀ ਅਤੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਹਾਂ, ਦਾਦੀ ਪੋਤਿਆਂ ਸਮੇਤ ਕੈਦ ਕਰ ਦਿੱਤੀ ਗਈ। ਧੰਨ ਮਾਤਾ ਗੁਜਰੀ ਜੀ, ਧੰਨ ਸਾਹਿਬਜ਼ਾਦੇ, ਜਿਨ੍ਹਾਂ ਸਾਡੀ ਖਾਤਰ ਪੋਹ ਦੀਆਂ ਠੰਡੀਆਂ ਰਾਤਾਂ ਦੇ ਦੁਖੜੇ ਚੱਲੇ। ਰਾਤ ਭਰ ਨੀਂਦਰ ਨਾ ਆਈ। ਦਿਨ ਚੜਿਆ ਪਰ ਬੁਰਜ ਅੰਦਰ ਫਿਰ ਵੀ ਸੂਰਜ ਦੀ ਧੁੱਪ ਨਾ ਲੱਗੀ। ਸੂਰਜ ਦੀ ਧੁੱਪ ਜਿਹੜੀ ਹਰ ਅਮੀਰ ਗਰੀਬ ਨੂੰ ਮੁਫਤ ਮਿਲਦੀ ਹੈ, ਰਾਜਸੀ ਹਾਕਮਾਂ ਦੀ ਤੰਗ ਦਿਲੀ ਨੇ ਜਗਤ ਗੁਰੂ ਜੀ ਦੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਉਸ ਤੋਂ ਵੀ ਵਾਂਝਾ ਰੱਖਿਆ। ਜਦ ਨੂੰ ਮੋਰਿੰਡੇ ਵਾਲਾ ਰੰਗੜ ਆ ਗਿਆ, ਸਮੇਤ ਦੋਵੇਂ ਸਾਹਿਬਜ਼ਾਦਿਆਂ ਨੂੰ ਬਾਹੋਂ ਫੜ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵੱਲ ਲੈ ਟੁਰਿਆ। 10 ਪੋਹ ਨੂੰ ਮਾਤਾ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਜੁਦਾ ਕਰਕੇ ਕਚਹਿਰੀ ਪੇਸ਼ ਕੀਤਾ। ਨਵਾਬ ਨੂੰ ਸਲਾਮ ਕਰਨ ਦੀ ਥਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਕਚਹਿਰੀ ਦੰਗ ਰਹਿ ਗਈ। ਵਜ਼ੀਰ ਖਾਂ ਨੇ ਬੱਚਿਆਂ ਨੂੰ ਬੜੇ ਪਿਆਰ ਨਾਲ ਆਖਿਆ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ, ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਿਆਰ ਨਾਲ ਪ੍ਰੇਰਨ ਦੀ ਯਤਨ ਕੀਤੇ। ਪਰ ਸਾਹਿਬਜ਼ਾਦਿਆਂ ਨੇ ਸਾਰੀਆਂ ਦਲੀਲਾਂ ਠੁਕਰਾ ਦਿੱਤੀਆਂ। ਵਾਪਸ ਫਿਰ ਠੰਡੇ ਬੁਰਜ ਵਿੱਚ ਮਾਤਾ ਜੀ ਪਾਸ ਭੇਜ ਦਿੱਤਾ ਗਿਆ। ਦੂਜੇ ਦਿਨ ਫਿਰ ਕਚਹਿਰੀ ਲੱਗੀ। ਦੀਨ ਕਬੂਲਣ ਲਈ ਨਵਾਬ ਵੱਲੋਂ ਆਖਿਆ ਗਿਆ, ਪਰ ਸਾਹਿਬਜ਼ਾਦਿਆਂ ਤੁਰੰਤ ਆਖਿਆ ਕਿ ਜਿਵੇਂ ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ, ਤਿਵੇਂ ਸਾਨੂੰ ਸਾਡਾ ਧਰਮ ਪਿਆਰਾ ਹੈ। ਜੁਰਤ ਵਾਲੇ ਇਹ ਬਚਨ ਸੁਣ ਕੇ ਸਾਰੇ ਦਰਬਾਰ ਵਿੱਚ ਖਲਬਲੀ ਮਚ ਗਈ। ਦੁਸ਼ਟ ਮਨਾਂ ਵਾਲਿਆਂ ਨੇ ਬੱਚਿਆਂ ਦੀ ਦ੍ਰਿੜਤਾ ਵੇਖ ਕੇ ਬੜੀ ਪੀੜ ਮਹਿਸੂਸ ਕੀਤੀ। ਸਰਹੰਦ ਦੇ ਨਵਾਬ ਦਾ ਵਜ਼ੀਰ, ਜੋ ਇੱਕ ਸੁੱਚਾਨੰਦ ਸੀ, ਉਹਨੇ ਆਖਿਆ ਕਿ ਇਹ ਛੋਟੇ ਛੋਟੇ ਹੀ ਇੰਨੇ ਦਲੇਰ ਨੇ, ਵੱਡੇ ਹੋ ਕੇ ਪਤਾ ਨਹੀਂ ਕੀ ਆਫਤ ਪੈਦਾ ਕਰਨਗੇ। ਸੋ ਹੇ ਨਵਾਬ ਜੀ, ਇਹਨਾਂ ਨੂੰ ਛੱਡਣਾ ਯੋਗ ਨਹੀਂ। ਜੰਮਦੀਆਂ ਸੂਲਾਂ ਦੇ ਮੂੰਹ ਫੇਂ ਦੇਣੇ ਹੀ ਵਾਜਬ ਨੇ। ਕੋਲੋਂ ਮਲੇਰਕੋਟਲੇ ਦੇ ਨਵਾਬ ਨੇ ਆਪਣੀ ਰਾਏ ਦਿੱਤੀ ਕਿ ਇਹਨਾਂ ਮਾਸੂਮ ਬੱਚਿਆਂ ਉੱਪਰ ਹੱਥ ਚੁੱਕਣਾ ਕਾਇਰਪੁਣਾ ਹੈ। ਇਹਨਾਂ ਸਾਡਾ ਕੁਝ ਨਹੀਂ ਵਿਗਾੜਿਆ, ਇਹਨਾਂ ਨੂੰ ਛੱਡ ਦੇਣਾ ਹੀ ਯੋਗ ਹੈ। ਪਰ ਖੁਸ਼ਾਮਦੀ ਦਰਬਾਰੀਆਂ ਨੇ ਉਧਰ ਵਜ਼ੀਰ ਖਾਂ ਦੀ ਹਾਂ ਵਿੱਚ ਹੀ ਹਾਂ ਮਿਲਾਈ। ਸਾਹਿਬਜ਼ਾਦਿਆਂ ਨੂੰ ਮੌਤ ਦੇ ਡਰਾਵੇ ਦਿੱਤੇ ਗਏ, ਕਸ਼ਟਾਂ ਦੇ ਡਰਾਵੇ ਦਿੱਤੇ ਗਏ, ਪਰ ਸੂਰਬੀਰ ਰਤਾ ਭਰ ਵੀ ਡੋਲੇ ਨਾ। ਇਵੇਂ ਕਚਹਿਰੀ ਵਿੱਚ ਹੀ 11-12 ਪੋਹ ਲੰਘ ਗਿਆ। ਅੰਤ 13 ਪੋਹ ਨੂੰ ਕੰਧ ਵਿੱਚ ਚਿਣ ਕੇ ਮਾਰ ਦੇਣ ਦਾ ਫਤਵਾ ਦਿੱਤਾ ਗਿਆ। ਇਵੇਂ ਹੀ ਹੋਇਆ। 13 ਪੋਹ 1761 ਬਿਕਰਮੀ ਮੁਤਾਬਕ 1704 ਈਸਵੀ ਨੂੰ ਸਵੇਰੇ ਸਵੇਰੇ ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਪਾਸੋਂ ਕੰਧ ਵਿੱਚ ਨਵਾਬ ਨੇ ਚੁਣਵਾਉਣਾ ਸ਼ੁਰੂ ਕੀਤਾ। ਕੰਧ ਕੁਝ ਉੱਚੀ ਹੋਈ ਪਰ ਡਿੱਗ ਪਈ। ਜਦੋਂ ਬੱਚੇ ਸਾਵਧਾਨ ਹੋਏ, ਦੁਬਾਰਾ ਫਿਰ ਇਸਲਾਮ ਕਬੂਲਣ ਲਈ ਨਵਾਬ ਨੇ ਆਖਿਆ, ਪਰ ਸਾਹਿਬਜ਼ਾਦਿਆਂ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਧਰਮ ਵਿੱਚ ਦ੍ਰਿੜ ਰਹਿਣ ਦਾ ਇਰਾਦਾ ਸਪਸ਼ਟ ਕਰ ਦਿੱਤਾ। ਜਲਾਦਾਂ ਨੇ ਦੁਬਾਰਾ ਕੰਧ ਉਸਾਰਨੀ ਆਰੰਭੀ। ਜਦੋਂ ਕੰਧ ਛਾਤੀਆਂ ਤੱਕ ਪੁੱਜੀ ਤਦ ਨਵਾਬ ਵਜ਼ੀਰ ਖਾਂ ਨੇ ਜਲਾਦਾਂ ਪਾਸੋਂ ਸਾਹਿਬਜ਼ਾਦਿਆਂ ਦਾ ਕਤਲ ਕਰਵਾ ਦਿੱਤਾ। ਇਵੇਂ ਸਤਿਗੁਰੂ ਜੀ ਦੇ ਹੋਣਹਾਰ, ਨੌ ਨਿਹਾਲ, ਸਤ ਧਰਮ ਦੀਆਂ ਉਮੀਦਾਂ ਦੇ ਪੁੰਜ ਨਿਰਦੈਤਾ ਨਾਲ ਜ਼ਾਲਮਾਂ ਨੇ ਸ਼ਹੀਦ ਕਰ ਦਿੱਤੇ। ਕਹਿਰ ਦੀ ਹਨੇਰੀ ਵਗੀ, ਜੜਾਂ ਤੋਂ ਦਰਖਤ ਉਖੜੇ, ਧਰਤੀ ਕੰਬੀ, ਭੁਚਾਲ ਆਇਆ। ਉਧਰ ਜਦੋਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣੀ ਤਦ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾ ਸੋਧ ਚਾਦਰਾ ਲੈ ਕੇ ਲੇਟ ਗਏ ਔਰ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਜਾ ਪੁੱਜੇ, ਜਿੱਥੇ 4 ਸਾਹਿਬਜ਼ਾਦੇ ਅਨੇਕਾਂ ਸਿੰਘ ਸਿੰਘਣੀਆਂ ਪਹਿਲੋਂ ਪੁੱਜ ਚੁੱਕੀਆਂ ਸਨ। ਟੋਡਰਮਲ, ਜਿਹੜਾ ਇੱਕ ਵੱਡਾ ਅਮੀਰ ਜੌਹਰੀ ਸੀ ਪਰ ਗੁਰੂ ਘਰ ਦਾ ਅਨੰਨ ਸ਼ਰਧਾਲੂ ਸੀ, ਨਵਾਬ ਪਾਸ ਹਾਜ਼ਰ ਹੋਇਆ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਪਾਵਨ ਦੇਹਾਂ ਦੇ ਸੰਸਕਾਰ ਵਾਸਤੇ ਮੋਹਰਾਂ ਵਿਛਾ ਕੇ ਧਰਤੀ ਮੁੱਲ ਲਈ, ਚੰਦਨ ਦਾ ਅੰਗੀਠਾ ਸਜਾ ਕੇ ਸੰਸਕਾਰ ਕੀਤਾ।
ਇਸ ਅਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਕਾਇਮ ਹੈ। ਸਾਧ ਸੰਗਤ, ਇੰਨੀ ਛੋਟੀ ਉਮਰ ਦੇ ਸ਼ਹੀਦਾਂ ਦੀ ਮਿਸਾਲ ਸਾਰੀ ਦੁਨੀਆ ਵਿੱਚ ਨਹੀਂ ਮਿਲੇਗੀ। ਛੋਟੇ ਬੱਚਿਆਂ ਵੱਲੋਂ ਵੱਡੇ ਬਜ਼ੁਰਗਾਂ ਜਿਹੇ ਕਾਰਨਾਮੇ ਕਰ ਦਿਖਾ ਦਿੱਤੇ ਗਏ। ਇਸੇ ਲਈ ਅਸੀਂ ਸਤਿਕਾਰ ਨਾਲ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਖ ਕੇ ਯਾਦ ਕਰਦੇ ਹਾਂ। ਗੁਰਦੁਆਰਾ ਫਤਿਹਗੜ੍ਹ ਸਾਹਿਬ ਅੱਜ ਵੀ ਸਾਨੂੰ ਸੱਚੇ ਸੁੱਚੇ ਸਿੰਘ ਬਣਨ ਦਾ, ਸਿੱਖੀ ਕਿੱਸਾ ਸਵਾਸਾਂ ਸੰਗ ਨਿਭਾਉਣ ਦਾ ਸੰਦੇਸ਼ ਦੇ ਰਿਹਾ ਹੈ। ਅੱਲਾ ਯਾਰ ਖਾਂ ਜੋਗੀ ਆਪਣੀ ਸ਼ਰਧਾਂਜਲੀ ਵਿੱਚ ਇਸ ਤਰ੍ਹਾਂ ਫਰਮਾਉਂਦੇ ਨੇ कि हम जान देकर औरों की जाने बचा चले, सिक्खी की नींव हम हैं सरों पर उपा चले, गुरियाई का है किस्सा जहां में बना चले, सिंहों की सल्तनत का है पौधा लगा चले। गद्दी से ताजो तख्त बस अब कौम पाएगी, दुनिया से जालमों का निशान तक मिटाएगी। गद्दी से ताजो तख्त बस अब कौम पाएगी, दुनिया से जालमों का निशान तक मिटाएगी।